अनुराधा बेनीवाल ਦੀ ਪੁਸਤਕ ਆਜ਼ਾਦੀ ਮੇਰਾ ਬ੍ਰਾਂਡ ਦਾ ਤੀਸਰਾ ਲੇਖ ਹੈ ਪੈਰਿਸ ਇੱਕ ਸਲੇਟੀ ਜਿਹਾ ਸ਼ਹਿਰ। ਸ਼ਾਇਦ ਹੀ ਕਿਸੇ ਹੋਰ ਸ਼ਹਿਰ ਦੇ ਬਾਰੇ ਚ ਇੰਨਾ ਸੁਣਿਆ ਹੋਵੇ ਜਿੰਨਾ ਕਿ ਪੈਰਿਸ ਬਾਰੇ ਸੁਣਿਆ ਸੀ। ਪਤਾ ਨਹੀਂ ਕਿਉਂ ਪੈਰਿਸ ਨਾਮ ਸੁਣਦੇ ਸਾਰੀ ਅੱਖਾਂ ਮੋਹਰੇ ਚਮਕਦੇ ਸਿਤਾਰੇ ਨੱਚਣ ਲੱਗਦੇ ਤੇ ਦਿਲ ਖੁਸ਼ ਜਿਹਾ ਹੋ ਜਾਂਦਾ। ਯੂਰਪ ਤੋਂ ਵੀ ਪਹਿਲਾਂ ਹੀ ਮੈਂ ਪੈਰਿਸ ਬਾਰੇ ਜਾਣਦੀ ਸੀ। ਦੁਨੀਆ ਦਾ ਸਿਰਫ ਇੱਕ ਸ਼ਹਿਰ ਹੀ ਘੁੰਮਣ ਦਾ ਮੌਕਾ ਹੁੰਦਾ ਤਾਂ ਵੀ ਸ਼ਾਇਦ ਮੈਂ ਪੈਰਿਸ ਨੂੰ ਹੀ ਚੁਣਦੀ। ਇਸੇ ਲਈ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਹੀ ਇੱਥੋਂ ਕੀਤੀ। ਹੁਣ ਜਿੰਨੇ ਪੈਸੇ ਕੋਲ ਸਨ ਉਨੇ ਨਾਲ ਹੋਟਲਾਂ 'ਚ ਰੁਕਣ ਦਾ ਕੋਈ ਸਬੱਬ ਹੀ ਨਹੀਂ ਸੀ। ਇਸ ਲਈ ਮੈਂ ਆਪਣੇ ਡਫਲ ਗੋਲ ਬੈਗ ਵਿੱਚ ਲੋੜ ਅਨੁਸਾਰ ਸਾਰਾ ਸਮਾਨ ਰੱਖ ਲਿਆ ਸੀ। ਦੰਦਾਂ ਦੇ ਬ੍ਰਸ਼ ਤੋਂ ਲੈ ਕੇ ਸੌਣ ਤੱਕ ਦਾ ਸਾਰਾ ਸਮਾਨ, ਤਾਂ ਜੋ ਲੋੜ ਪੈਣ 'ਤੇ ਸਟੇਸ਼ਨ 'ਤੇ ਵੀ ਸੌਣ ਦਾ ਪ੍ਰਬੰਧ ਹੋ ਜਾਏ। ਨਾ ਹੀ ਲੈਪਟਾਪ, ਨਾ ਆਈਪੈਡ ਤੇ ਨਾ ਹੀ ਮਹਿੰਗਾ ਫੋਨ। ਬੈਗ 'ਚ ਸਿਰਫ ਉਹੀ ਸਮਾਨ ਸੀ ਜੋ ਲੋੜ ਪੈਣ 'ਤੇ ਕੰਮ ਆਵੇ ਤੇ ਜੇਕਰ ਉਹ ਗੁਆਚ ਜਾਏ ਤਾਂ ਦੁੱਖ ਵੀ ਨਾ ਹੋਵੇ। ਵੈਸੇ ਵੀ ਮਹੀਨਾ ਸੀ ਜੁਲਾਈ ਦਾ ਤੇ ਦ ਫੇਮਸ ਯੂਰਪੀਅਨ ਸਮਰ ਪੂਰੇ ਜੋਬਨ 'ਤੇ ਸੀ। ਅਜਿਹੇ ਵਿੱਚ ਰਾਤ ਨੂੰ ਬਾਹਰ ਰੁਕਣ 'ਚ ਕੋਈ ਪਰੇਸ਼ਾਨੀ ਨਹੀਂ ਸੀ। ਥੋੜ੍ਹੀ ਜਿਹੀ ਜਾਣਕਾਰੀ ਮੈਂ ਫੇਸਬੁੱਕ ਤੋਂ ਇਕੱਠੀ ਕੀਤੀ। ਯੂਰਪ 'ਚ ਫੈਲੇ ਦੋਸਤਾਂ ਨੂੰ ਲੱਭਿਆ ਤੇ ਪੈਰਿਸ ਤੇ ਐਮਸਟਰਡਮ ਵਿੱਚ ਰਹਿਣ ਦਾ ਬੰਦੋਬਸਤ ਕਰ ਲਿਆ। ਬੇਸ਼ੱਕ ਭਾਰਤੀਆਂ ਦੀ ਮਹਿਮਾਨ ਨਿਵਾਜ਼ੀ 'ਚ ਜੇ ਕਦੇ ਕੋਈ ਸ਼ੱਕ ਸੀ ਤਾਂ ਇਸ ਯਾਤਰਾ ਤੇ ਆ ਕੇ ਖਤਮ ਹੋ ਗਿਆ। ਪਰੰਤੂ ਉਸ ਤੋਂ ਵੀ ਵੱਡਾ ਸ਼ੱਕ ਦੂਰ ਹੋਇਆ ਇਹਨਾਂ ਗੋਰਿਆਂ ਦੀ ਮਹਿਮਾਨ ਨਵਾਜ਼ੀ ਨੂੰ ਲੈ ਕੇ। ਅਜਿਹਾ ਕਮਾਲ ਹੋਇਆ ਕਿ 9 ਦੇਸ਼ਾਂ ਦੇ ਮੇਰੇ ਸਫ਼ਰ 'ਚ ਮੈਨੂੰ ਇੱਕ ਵੀ ਹੋਟਲ ਜਾਂ ਹੋਸਟਲ ਦੇ ਦਰਸ਼ਨ ਨਹੀਂ ਕਰਨੇ ਪਏ। ਇਸ ਵਿੱਚ ਸ਼ਾਇਦ ਕਿਤੇ ਨਾ ਕਿਤੇ ਮੇਰਾ ਵੀ ਕਮਾਲ ਹੋਏਗਾ। ਇੱਕ ਤਾਂ ਮੈਂ ਕਿਤੇ ਵੀ ਕਿਸੇ ਨਾਲ ਵੀ ਦੋਸਤੀ ਕਰ ਸਕਦੀ ਸੀ। ਮੈਨੂੰ ਬਹੁਤ ਮਜ਼ਾ ਆਉਂਦਾ ਹੈ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨਾਲ ਮਿਲਣ 'ਚ, ਉਹਨਾਂ ਦਾ ਸੱਭਿਆਚਾਰ, ਰਹਿਣ ਸਹਿਣ, ਖਾਣ ਪੀਣ, ਕੱਪੜੇ ਪਾਉਣਾ ਆਦਿ ਜਾਣਨ ਵਿੱਚ। ਕੁਝ ਦਿਨ ਉਹਨਾਂ ਵਰਗੇ ਬਣਨ 'ਚ ਤੇ ਖਾਣਾ ਮੈਂ ਕੋਈ ਵੀ ਖਾ ਲੈਂਦੀ ਹਾਂ, ਕੱਚੀਆਂ ਮੱਛੀਆਂ ਤੋਂ ਲੈ ਕੇ ਕਟਲੇਟ ਤੱਕ। ਅਜਿਹੇ 'ਚ ਜੋ ਮੇਰੀ ਆਰਥਿਕ ਤੰਗੀ ਹੈ ਉਹਨੂੰ ਐਡਜਸਟ ਕਰਨ ਦੀ ਮੇਰੀ ਸਮਰੱਥਾ ਇਸ ਕਮੀ ਨੂੰ ਪੂਰਾ ਕਰ ਦਿੰਦੀ ਹੈ। ਪੈਰਿਸ ਪੁੱਜੀ, ਦਿਨ ਡੁੱਬ ਗਿਆ ਸੀ। ਉਹਦੇ ਉੱਤਰ ਦਿਸ਼ਾ ਵਾਲੇ ਰੇਲਵੇ ਸਟੇਸ਼ਨ ਗਾਰਦੇ ਨੋਟ ਦੇ ਬਾਹਰ ਦਾ ਨਜ਼ਾਰਾ ਅਜਿਹਾ ਸੀ ਕਿ ਜਿਵੇਂ ਪਹਾੜਗੰਜ ਦੀਆਂ ਗਲੀਆਂ। ਚਮਚਮਾਉਂਦੇ ਹੋਟਲਾਂ ਦੇ ਇਸ਼ਤਿਹਾਰ, ਜਗਮਗ ਫਲੋਰੋਸੈਂਟ ਰੌਸ਼ਨੀ ਵਾਲੇ ਹੋਟਲ ਅਤੇ ਜੀ ਆਇਆਂ ਕਹਿੰਦੇ ਬਾਰ ਤੇ ਤਸਵੀਰਾਂ ਨੂੰ ਪੂਰਾ ਕਰਦਾ ਟ੍ਰੈਫਿਕ ਜਾਮ। ਸ਼ਾਇਦ ਦੁਨੀਆ ਭਰ ਦੇ ਰੇਲਵੇ ਸਟੇਸ਼ਨਾਂ ਦੇ ਬਾਹਰ ਦਾ ਨਜ਼ਾਰਾ ਇੱਕੋ ਜਿਹਾ ਹੀ ਹੁੰਦਾ ਹੈ। ਯਾਤਰੀਆਂ ਰਾਹ ਜਾਂਦਿਆਂ ਦੀਆਂ ਜ਼ਰੂਰਤਾਂ ਨੂੰ ਲਲਚਾਉਂਦਾ ਤੇ ਕੋਲ ਬੁਲਾਉਂਦਾ ਕਾਰੋਬਾਰ। ਜੇ ਤੁਸੀਂ ਰੇਲਵੇ ਸਟੇਸ਼ਨ ਦੇ ਬਾਹਰ ਦਾ ਨਜ਼ਾਰਾ ਜਾਣਨਾ ਚਾਹੁੰਦੇ ਹੋ ਤਾਂ ਮਾਫ਼ ਕਰਿਓ, ਨਹੀਂ ਜਾਣ ਸਕੋਗੇ। ਇੱਕ ਥੱਕੇ ਹੋਏ ਯਾਤਰੀ ਨੂੰ ਹੋਟਲ ਦੇ ਇਸ਼ਤਿਹਾਰ ਵਿੱਚ ਬੈੱਡ ਦੀ ਤਸਵੀਰ ਇਵੇਂ ਲੱਗਦੀ ਹੈ ਜਿਵੇਂ ਭੁੱਖੇ ਨੂੰ ਭੋਜਨ ਦੀ ਤਸਵੀਰ। ਇੱਕ ਵਾਰ ਮੈਂ ਆਪਣੀ ਛੋਟੀ ਜਿਹੀ ਕਾਰ ਜੱਬਲਪੁਰ ਤੋਂ ਪੂਨੇ ਤੱਕ ਖੁਦ ਚਲਾਈ ਤਾਂ ਇਸ ਗੱਲ ਨੂੰ ਸਮਝ ਗਈ ਸੀ, ਭੁੱਖ ਤੇ ਨੀਂਦ ਸਾਨੂੰ ਬੇਸਬਰਾ ਬਣਾਉਂਦੀ ਹੈ, ਪਰ ਜੇਕਰ ਇਹਨਾਂ ਨੂੰ ਕਾਬੂ ਕਰਕੇ ਅਸੀਂ ਦਿਮਾਗ ਤੋਂ ਕੰਮ ਨਾ ਲਿਆ ਤਾਂ ਧੋਖਾ ਖਾਣ ਦੀ ਸੰਭਾਵਨਾ ਵੱਧ ਹੁੰਦੀ ਹੈ। ਕਈ ਵਾਰ ਵਧੀਆ ਚੀਜ਼ ਅਗਲੀ ਮੋੜ ਤੇ ਹੁੰਦੀ ਹੈ, ਬਸ ਥੋੜੇ ਸਬਰ ਦੀ ਲੋੜ ਹੁੰਦੀ ਹੈ। ਮੈਂ ਫੇਰ ਵੀ ਛੇਤੀ ਤੋਂ ਛੇਤੀ ਆਈਫਿਲ ਟਾਵਰ ਨੂੰ ਵੇਖਣਾ ਚਾਹੁੰਦੀ ਸੀ, ਕਿਉਂਕਿ ਮੈਂ ਪੈਰਿਸ ਹੋਣ ਦਾ ਉਦੋਂ ਤੱਕ ਵਿਸ਼ਵਾਸ ਨਹੀਂ ਕਰ ਸਕਦੀ ਸੀ ਜਦੋਂ ਤੱਕ ਉਹਨੂੰ ਨਾ ਦੇਖ ਲੈਂਦੀ। ਅਨੁਭਵਹੀਣ ਯਾਤਰੀ ਉਂਝ ਵੀ ਸਭ ਤੋਂ ਪਹਿਲਾਂ ਪੋਸਟ ਕਾਰਡ ਵਾਲਾ ਸ਼ਹਿਰ ਲੱਭਦੇ ਹਨ। ਪਰੰਤੂ ਰਾਤ ਹੋ ਗਈ ਸੀ ਤੇ ਰਹਿਣ ਦਾ ਟਿਕਾਣਾ ਬਣਾਏ ਬਿਨਾਂ ਮੇਰੇ 'ਚ ਕਿਤੇ ਵੀ ਜਾਣ ਦੀ ਹਿੰਮਤ ਨਹੀਂ ਸੀ। ਇੱਕ ਵਾਰ ਰਹਿਣ ਦਾ ਬੰਦੋਬਸਤ ਹੋ ਜਾਏ, ਇੱਕ ਕੱਪ ਚਾਹ ਮਿਲ ਜਾਏ ਤਾਂ ਹੀ ਮੈਂ ਨਹਾ ਕੇ ਸ਼ਹਿਰ ਘੁੰਮਣ ਲਈ ਜਾ ਸਕਦੀ ਸੀ। ਲੱਗਦਾ ਹੈ ਚਾਹ ਨਹੀਂ ਛੁੱਟੇਗੀ, ਇੱਕ ਅੱਧੀ ਕਮਜ਼ੋਰੀ ਵੀ ਹੋਣੀ ਚਾਹੀਦੀ ਹੈ ਬੰਦੇ 'ਚ, ਮੈਂ ਆਪਣੇ ਆਪ ਨੂੰ ਸਮਝਾਉਂਦੀ ਹਾਂ। ਰਾਤ ਦੇ 8 ਵਜੇ ਮੈਂ ਪਹੁੰਚ ਗਈ ਫੇਸਬੁੱਕ ਸਹੇਲੀ ਸਵਿਤਾ ਦੇ ਘਰ, ਜਿਹਨੂੰ ਪਹਿਲਾਂ ਕਦੇ ਨਹੀਂ ਸੀ ਮਿਲੀ। ਉਹ ਪੈਰਿਸ ਤੋਂ ਘੰਟੇ ਕੁ ਦੀ ਦੂਰੀ ਤੇ ਵਰਸਾਏ ਪਿੰਡ 'ਚ ਰਹਿੰਦੀ ਸੀ। ਉਸ ਵੇਲੇ ਮੈਨੂੰ ਥੋੜ੍ਹੀ ਉਦਾਸੀ ਸੀ ਕਿ ਸ਼ਹਿਰ ਤੋਂ ਇੰਨੀ ਦੂਰ ਆ ਗਈ ਹਾਂ ਤੇ ਮੁੜ ਆਈਫਿਲ ਦੇਖਣ ਤਾਂ ਨਹੀਂ ਜਾ ਸਕਾਂਗੀ, ਪਰ ਫਾਇਦਾ ਇਹ ਸੀ ਕਿ ਆਈਫਿਲ ਤਾਂ ਦੇਖਣਾ ਹੀ ਹੈ। ਦੋਸਤ ਦੇ ਬਹਾਨੇ ਫਰਾਂਸ ਦਾ ਪਿੰਡ ਵੀ ਦੇਖਣ ਨੂੰ ਮਿਲਣ ਵਾਲਾ ਸੀ। ਇੱਥੋਂ ਦੇ ਪਿੰਡਾਂ ਤੇ ਸ਼ਹਿਰਾਂ 'ਚ ਬਸ ਜਨਸੰਖਿਆ ਦਾ ਫਰਕ ਹੈ ਸ਼ਾਇਦ, ਬਾਕੀ ਸਾਰਾ ਇੱਕੋ ਜਿਹਾ। ਪੱਕੀ ਸੜਕ, ਪੱਕੇ ਘਰ, ਬਾਜ਼ਾਰ, ਹਸਪਤਾਲ, ਬਿਜਲੀ, ਪਾਣੀ,
ਬਿਹਤਰੀਨ ਸਕੂਲ, ਸਾਰਾ ਕੁਝ ਇੱਕੋ ਤਰ੍ਹਾਂ ਦਾ ਹੀ ਸੀ। ਹਾਲਾਂਕਿ ਪਿੰਡ ਸ਼ਹਿਰ ਦੇ ਮੁਕਾਬਲੇ ਕੁਝ ਮਾਮਲਿਆਂ 'ਚ ਵਧੀਆ ਹੈ, ਜਿਵੇਂ ਕਿ ਜੰਗਲ ਦੀ ਸੈਰ, ਰੇਸ ਕੋਰਸ, ਘੋੜਸਵਾਰੀ, ਸਕੂਲ ਵਰਗੀਆਂ ਸਾਰੀਆਂ ਸੁਵਿਧਾਵਾਂ ਖੁੱਲ੍ਹੀ ਜਗ੍ਹਾ 'ਚ ਵਧੀਆ ਢੰਗ ਨਾਲ ਸੰਭਵ ਹਨ। ਜੇਕਰ ਤੁਸੀਂ ਕਿਸੇ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਨਹੀਂ ਕਰਦੇ ਹੋ ਤਾਂ ਉੱਥੇ ਰਹਿਣ ਦੀ ਕੋਈ ਖਾਸ ਵਜ੍ਹਾ ਵੀ ਨਹੀਂ ਹੈ। ਹੁਣ ਸਵਿਤਾ ਇੱਕ ਪੇਂਟਰ ਹੈ, ਉਹਦੇ ਲਈ ਤਾਂ ਵਰਸਾਈ ਇੱਕਦਮ ਫਿੱਟ ਹੈ। ਉਹਦੀ 7 ਸਾਲ ਦੀ ਕੁੜੀ ਮਿਲੀ, ਇੱਥੇ ਘੋੜਸਵਾਰੀ ਸਿੱਖਦੀ ਹੈ। ਹਰਿਆਣੇ ਦੇ ਪਿੰਡ ਤੋਂ ਆਈ ਸਵਿਤਾ ਇੱਥੇ ਸਾਰਿਆਂ ਨਾਲ ਚੰਗੀ ਤਰ੍ਹਾਂ ਰਚ ਮਿਚ ਗਈ ਹੈ। ਘਰ 'ਚ ਹਰਿਆਣੇ ਤੇ ਫਰਾਂਸ ਦਾ ਇੱਕ ਦਿਲਚਸਪ ਮੇਲ ਦੇਖਿਆ ਮੈਂ। ਰਸੋਈ 'ਚ ਸਟੀਲ ਦੇ ਭਾਂਡੇ ਤੇ ਡਰਾਇੰਗ ਰੂਮ 'ਚ ਫਰਾਂਸ ਦੀ ਕ੍ਰਾਂਤੀ ਦੀਆਂ ਕਿਤਾਬਾਂ, ਦਰਵਾਜ਼ੇ ਤੇ ਲਟਕਦਾ ਤੋਰਨ ਤੇ ਰਸੋਈ 'ਚ ਪਾਸਤਾ, ਜਵਾਕ ਬੋਲਣ ਫ੍ਰੈਂਚ ਤੇ ਮਾਂ ਹਰਿਆਣਵੀ। ਅਸੀਂ ਸਾਰੀ ਰਾਤ ਗੱਲਾਂ 'ਚ ਇਸ ਤਰ੍ਹਾਂ ਖੋ ਗਈਆਂ ਜਿਵੇਂ ਕਿ ਬਚਪਨ ਵੇਲੇ ਦੀਆਂ ਸਹੇਲੀਆਂ ਹੋਈਏ। ਕੁੜੀਆਂ ਨਾਲ ਦੋਸਤੀ ਕਰਨਾ ਮੈਨੂੰ ਓਨਾ ਹੀ ਸੌਖਾ ਲੱਗਦਾ ਹੈ ਜਿੰਨਾ ਕਿ ਮੁੰਡਿਆਂ ਨਾਲ ਔਖਾ। ਇੱਕ ਵਾਰ ਕੁੜੀ ਨਾਲ ਬਣ ਗਈ ਤਾਂ ਬਣ ਗਈ, ਫਿਰ ਤਾਂ ਅਸੀਂ ਫੈਵੀਕੋਲ ਦੇ ਜੋੜ ਤੋਂ ਵੀ ਮਜ਼ਬੂਤ ਹੋ ਜਾਂਦੀਆਂ। ਇਹ ਪੈਰਿਸ ਵਾਲੀ ਵੀ ਕੁਝ ਐਵੇਂ ਹੀ ਹੋ ਗਈ ਸੀ। ਮੁੰਡਿਆਂ ਦੀ ਦੋਸਤੀ 'ਚ ਕਦੋਂ ਪਿਆਰ ਲੁਕਿਆ ਹੁੰਦਾ ਹੈ, ਕਦੋਂ ਪਿਆਰ ਵਿੱਚ ਹੰਕਾਰ, ਕਦੇ-ਕਦੇ ਹੀ ਸਮਝ 'ਚ ਆਉਂਦਾ ਹੈ। ਪਰੰਤੂ ਸਹੇਲੀਆਂ ਦੇ ਨਾਲ ਚੱਡੀ ਵਿੱਚ 2 ਵਜੇ ਦੀ ਚਾਹ 'ਚ ਜਿਹੜੀ ਸਹਿਜਤਾ ਤੇ ਜਿਹੜਾ ਆਪਣਾਪਨ ਹੁੰਦਾ ਉਹਦਾ ਕੋਈ ਜਵਾਬ ਨਹੀਂ ਹੁੰਦਾ। ਮੁੰਡਿਆਂ ਨਾਲ ਦੋਸਤੀ ਜ਼ਿਆਦਾ ਨਹੀਂ ਨਿਭਦੀ ਮੇਰੀ। ਉਹਨਾਂ ਨਾਲ ਜਾਂ ਤਾਂ ਖੁੱਲ੍ਹ ਕੇ ਪਿਆਰ ਕਰਦੀਆਂ ਜਾਂ ਫਿਰ ਖੁੱਲ੍ਹ ਕੇ ਲੜਾਈ, ਜਾਂ ਫਿਰ ਉਹ ਮੇਰੇ ਤੇ ਮਰਨ ਮਿਟਣ ਦੇ ਵਾਅਦੇ ਕਰਦੇ ਹਨ ਜਾਂ ਮਾਰ ਹੀ ਦੇਣਾ ਚਾਹੁੰਦੇ ਹਨ। ਵਿੱਚ ਵਿਚਾਲੇ ਦੀ ਗੱਲ ਨਹੀਂ ਬਣਦੀ। ਹੁਣ ਜਦ ਖਾਣ ਪੀਣ ਤੇ ਟਿਕਾਣੇ ਦਾ ਬੰਦੋਬਸਤ ਹੋ ਗਿਆ ਸੀ ਤਾਂ ਫਿਰ ਮੈਨੂੰ ਚੇਤਾ ਆਇਆ ਸ਼ਹਿਰ ਦਾ। ਸਵਿਤਾ ਨੇ ਮੈਨੂੰ ਦੱਸਿਆ ਕਿ ਮੈਨੂੰ ਵਰਸਾਏ ਦਾ ਸ਼ਾਤੇਊ ਦੇਖਣਾ ਚਾਹੀਦਾ ਹੈ, ਜੋ ਕਿ ਲੰਬੇ ਸਮੇਂ 'ਚ ਫ੍ਰੈਂਚ ਰਜਵਾੜਿਆਂ ਦਾ ਘਰ ਰਿਹਾ। ਇਹ ਤਾਂ ਮੇਰੀ ਯੋਜਨਾ 'ਚ ਨਹੀਂ ਸੀ, ਵੈਸੇ ਮੇਰਾ ਕੋਈ ਮਕਸਦ ਵੀ ਨਹੀਂ ਸੀ। ਫਿਰ ਵੀ ਮੈਂ ਸਵੇਰ ਦੀ ਰੋਟੀ ਖਾ ਕੇ ਤੁਰ ਪਈ। ਬੈਗ 'ਚ ਰੱਖੀ ਮੈਂ ਇੱਕ ਕਿਤਾਬ, ਖਾਲੀ ਡਾਇਰੀ, ਪੈਨਸਿਲ, ਮੂੰਗਫਲੀ, ਪਾਣੀ ਤੇ ਸਨਸਕ੍ਰੀਨ। ਮੂੰਗਫਲੀ ਜਾਂ ਛੋਲੇ, ਇਹਨਾਂ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ। ਇਹ ਮੈਂ ਰਾਜਸਥਾਨ ਘੁੰਮਦੇ ਸਮੇਂ ਜਾਣਿਆ ਸੀ। ਇੰਨੇ ਵੱਡੇ ਵੱਡੇ ਮਹਿਲਾਂ ਨੂੰ ਦੇਖਣ ਤੇ ਸਾਰਾ ਦਿਨ ਚਾਹੀਦਾ ਹੁੰਦਾ। ਛੋਲੇ ਜਾਂ ਮੂੰਗਫਲੀ ਨਾਲ ਹੋਣ ਤਾਂ ਇੱਕ ਸਮੇਂ ਦੇ ਖਾਣੇ ਦਾ ਟਾਈਮ ਬਚ ਜਾਂਦਾ ਹੈ। ਨਹੀਂ ਤਾਂ ਘੁੰਮੋ, ਫਿਰ ਖਾਣੇ ਲਈ ਜਗ੍ਹਾ ਲੱਭੋ, ਫਿਰ ਘੁੰਮਣ ਆਓ ਤੇ ਫਿਰ ਦੁਪਹਿਰ ਦਾ ਸਾਰਾ ਖਾਣਾ ਖਾਣ ਤੋਂ ਬਾਅਦ ਸੁਸਤੀ ਵੀ ਆ ਜਾਂਦੀ ਹੈ। ਚਬਾਉਣਾ ਠੀਕ ਰਹਿੰਦਾ ਹੈ। ਮੈਂ ਗੂਗਲ ਮੈਪ ਤੋਂ ਵਰਸਾਏ ਦਾ ਥੋੜ੍ਹਾ ਬਹੁਤ ਮੈਪ ਕਾਗਜ਼ ਦੇ ਟੁਕੜੇ ਤੇ ਲਾ ਲਿਆ, ਜੁੱਤੀ ਪਾਈ ਤੇ ਟੋਪੀ ਲੈ ਕੇ ਚੱਲ ਪਈ ਘਰ ਤੋਂ। 1 ਕਦਮ, 2 ਕਦਮ, 3 ਕਦਮ, ਮੈਂ ਅਜਿਹੀ ਜਗ੍ਹਾ ਜਾ ਰਹੀ ਸੀ ਜੋ ਮੈਂ ਕਦੇ ਦੇਖੀ ਵੀ ਨਹੀਂ ਸੀ। ਮੈਂ ਉਹਨਾਂ ਰਸਤਿਆਂ ਤੇ ਜਾ ਰਹੀ ਸੀ ਜਿਹੜੇ ਕਿ ਬਿਲਕੁਲ ਨਵੇਂ ਸੀ। ਮੈਂ ਅਜਿਹੇ ਲੋਕਾਂ ਦੇ ਵਿੱਚੋਂ ਦੀ ਜਾ ਰਹੀ ਸੀ ਜਿਹੜੇ ਨਾ ਤਾਂ ਮੈਨੂੰ ਜਾਣਦੇ ਸੀ ਤੇ ਨਾ ਹੀ ਜਾਣਨਾ ਚਾਹੁੰਦੇ ਸੀ। ਮੈਂ ਕਿਤੇ ਹੋਰ ਵੀ ਚਲੀ ਜਾਂਦੀ ਤਾਂ ਠੀਕ ਹੀ ਹੁੰਦਾ। ਮੈਂ ਕਿਤੇ ਜਾਣਾ ਤਾਂ ਸੀ, ਪੁੱਜਣਾ ਕਿਤੇ ਨਹੀਂ ਸੀ। ਰਾਹ ਤਾਂ ਸੀ ਪਰ ਮੰਜ਼ਿਲ ਤੈਅ ਨਹੀਂ ਸੀ। ਹਾਂ, ਜੇ ਮੰਜ਼ਿਲ ਸੀ ਤਾਂ ਰਾਹ ਤੈਅ ਨਹੀਂ ਸੀ। ਜਿਵੇਂ ਕਹਿੰਦੇ ਨੇ ਕਿ ਧਰਤੀ ਗੋਲ ਹੈ, ਪਰ ਤੁਹਾਨੂੰ ਪਤਾ ਉਦੋਂ ਹੀ ਚੱਲਦਾ ਹੈ ਜਦੋਂ ਨਾ ਕੋਈ ਰਾਹ ਮਾਇਨੇ ਰੱਖਦਾ ਨਾ ਮੰਜ਼ਿਲ। ਜਦੋਂ ਰਾਹ ਤੇ ਮੰਜ਼ਿਲ ਦੋਨੋਂ ਇੱਕੋ ਜਿਹੇ ਲੱਗਣ ਲੱਗਦੇ ਹੈ ਤਾਂ ਜਦ ਹਰ ਰਾਹ ਮੰਜ਼ਿਲ ਵੱਲ ਲੈ ਹੀ ਜਾਂਦਾ ਹੈ। ਤੁਸੀਂ ਉੱਡੇ ਹੋ ਕਦੀ? ਮੈਂ ਉੱਡ ਰਹੀ ਸੀ ਉਸ ਸਮੇਂ। ਮੈਨੂੰ ਮੇਰੇ ਪੈਰ ਹੌਲੇ ਲੱਗ ਰਹੇ ਸੀ। ਮੈਂ ਆਪਣੇ ਆਪ 'ਚ ਸਾਰੀ ਦੀ ਸਾਰੀ ਹੌਲੀ ਜਿਹੀ ਲੱਗ ਰਹੀ ਸੀ। ਮੈਂ ਇੱਕ ਛਾਲ ਲਾ ਕੇ ਦੇਖੀ, ਮੈਂ ਨੱਚ ਸਕਦੀ ਸੀ ਹੁਣੇ ਦੀ ਹੁਣੇ। ਅਸੀਂ ਕੁੜੀਆਂ ਦੁਨੀਆ ਦਾ ਸਾਰਾ ਭਾਰ ਸਿਰ ਤੇ ਚੱਕੀ ਫਿਰਦੀਆਂ, ਉਹ ਤਾਂ ਮੈਂ ਪਿੱਛੇ ਛੱਡ ਆਈ ਸੀ। ਤੇ ਉਸ ਸਮੇਂ ਮੈਂ ਜ਼ਮੀਨ ਤੋਂ 2 ਇੰਚ ਉੱਤੇ ਸੀ। ਮੈਂ ਉੱਚੀ ਉੱਚੀ ਬੰਜੋਰ, ਮਿਸੌਰ, ਬੰਜੋਰ, ਮਦਾਮ ਬੋਲ ਕੇ ਦੇਖਣ ਲੱਗੀ। ਫਰਾਂਸ ਭਾਸ਼ਾ 'ਚ ਬੰਜੋਰ ਦਾ ਅਰਥ ਨਮਸਤੇ ਜਾਂ ਚੰਗਾ ਦਿਨ ਹੁੰਦਾ ਹੈ। ਫਿਰ ਤਾਂ ਜਿਹੜਾ ਵੀ ਅੱਗੇ ਆਉਂਦਾ ਉਹਨੂੰ ਬੰਜੋਰ ਕਹਿੰਦੀ ਤੇ ਅੱਗੇ ਵਾਲਾ ਬੋਜ਼ੋ ਕਹਿ ਕੇ ਮੁਸਕਰਾ ਦਿੰਦਾ। ਵੱਖ-ਵੱਖ ਤਰ੍ਹਾਂ ਨਾਲ ਬੰਜੋਰ ਕਹਿ ਕੇ ਦੇਖੋ, ਬਹੁਤ ਮਜ਼ਾ ਆਉਂਦਾ। ਰ ਦੀ ਆਵਾਜ਼ ਨਹੀਂ ਆਉਂਦੀ ਤੇ ਜ਼ੋ ਹੋ ਜਾਂਦਾ। ਦਿਨ ਦੇ ਕਿਸੇ ਵੀ ਵੇਲੇ ਬੰਜੋਰ ਚੱਲ ਜਾਂਦਾ। ਇਹ ਥੋੜਾ ਸਤਿ ਸ਼੍ਰੀ ਅਕਾਲ, ਨਮਸਤੇ ਵਾਂਗ ਹੀ ਹੈ। ਵਰਸਾਏ ਸ਼ਾਤੇਊ ਇੰਨਾ ਵੱਡਾ ਹੋਏਗਾ ਮੈਨੂੰ ਅੰਦਾਜ਼ਾ ਵੀ ਨਹੀਂ ਸੀ। ਦੂਰੋਂ ਧੁੱਪ ਨਾਲ ਚਮਕਦਾ ਸੁਨਹਿਰੀ ਰੰਗ ਦਾ ਇੱਕ ਵੱਡਾਕਾਰੀ ਪਰੰਤੂ ਬਹੁਤ ਹੀ ਦਿਲ ਖਿੱਚਵਾਂ ਦਰਵਾਜ਼ਾ। ਜੇ ਕੋਈ ਸਵਰਗ ਹੋਏਗਾ ਤਾਂ ਉਹਦਾ ਵੀ ਦਰਵਾਜ਼ਾ ਹੋਏਗਾ ਤਾਂ ਉਹ ਜ਼ਰੂਰ ਇਹੋ ਜਿਹਾ ਹੀ ਹੋਏਗਾ। ਅੰਦਰ ਬਹੁਤ ਸਾਰੇ ਛੋਟੇ ਵੱਡੇ ਮਹਿਲ ਤੇ ਮੈਨੀਕਿਊਰਡ ਗਾਰਡਨ। ਅੱਜ ਮੈਨੂੰ ਪਤਾ ਲੱਗਿਆ ਮੈਨੀਕਿਊਰਡ ਗਾਰਡਨ ਕੀ ਹੁੰਦਾ ਹੈ। ਗਾਰਡਨ ਸਿਰਫ ਸਾਫ ਸੁਥਰਾ ਹੀ ਨਹੀਂ, ਮੈਨੀਕਿਊਰਡ
ਅਰਥ ਸਭ ਝਾੜ ਇੱਕੋ ਜਿਹੇ ਆਕਾਰ ਤੇ ਸਾਈਜ਼ 'ਚ ਛਾਂਗੇ ਹੋਏ, ਰੁੱਖਾਂ ਦੀ ਉਚਾਈ ਬਿਲਕੁਲ ਇੱਕੋ ਜਿਹੀ, ਇੱਕੋ ਜਿਹੇ ਰੰਗ ਦਾ ਘਾਹ, ਗੁਲਦਸਤੇ ਵਾਂਗੂ ਤਰੀਕੇ ਨਾਲ ਲੱਗੇ ਫੁੱਲ ਤੇ ਵਿੱਚ ਬਹੁਤ ਹੀ ਸਟਾਈਲ ਨਾਲ ਬਣੀ ਵਾਟਰ ਬਾਡੀਜ਼ ਤੇ ਫਾਊਂਟੇਨ। ਇੱਕ ਬਹੁਤ ਰੋਮਾਂਚਿਕ ਸੀ, ਪਰੰਤੂ ਪਸੰਦ ਤਾਂ ਮੈਨੂੰ ਬੇਤਰਤੀਬੇ ਗਾਰਡਨ ਹੀ ਹਨ, ਜਿੱਥੇ ਚਾਹੇ ਜੋ ਵੀ ਉਗਾਵੇ। ਅਜਿਹੇ 'ਚ ਤਾਂ ਛਾਲ ਲਗਾਉਣ 'ਚ ਵੀ ਡਰ ਨਾ ਲੱਗੇ। ਇੱਥੇ ਤਾਂ ਚੱਲਣ ਤੇ ਵੀ ਡਰ ਲੱਗਦਾ ਸੀ ਕਿ ਕਿਤੇ ਗਾਰਡਨ ਦਾ ਸੰਤੁਲਨ ਨਾ ਵਿਗੜ ਜਾਏ। ਖੈਰ, ਦਿਨ ਡੁੱਬਣ ਤੇ ਸੀ ਤੇ ਮੈਂ ਵੀ ਥੱਕ ਚੁੱਕੀ ਸੀ। ਅੱਜ ਤਾਂ ਪੈਰਿਸ ਨਹੀਂ ਜਾਇਆ ਜਾਏਗਾ। ਦੂਜਾ ਦਿਨ ਸੀ ਆਈਫਿਲ ਟਾਵਰ ਦੇ ਨਾਮ। ਮੈਂ ਤਾਂ ਤੜਫ ਰਹੀ ਸੀ ਉਹਦੇ ਦਰਸ਼ਨ ਨੂੰ ਤੇ ਸਵੇਰ ਦੀ ਲੋਕਲ ਟ੍ਰੇਨ ਫੜ ਕੇ ਆ ਗਈ ਪੈਰਿਸ। ਇੱਥੋਂ ਦੀ ਡਬਲ ਡੇਕਰ ਟ੍ਰੇਨ ਬਹੁਤ ਮਜ਼ੇਦਾਰ ਸੀ। ਮੈਂ ਉੱਪਰ ਵਾਲੇ ਡੈਕ 'ਚ ਖਿੜਕੀ ਵਾਲੀ ਸੀਟ ਮੱਲ ਲਈ। ਯੂਰਪ 'ਚ ਟ੍ਰੇਨ ਟਿਕਟ ਪਹਿਲਾਂ ਹੀ ਲੈਣਾ ਠੀਕ ਹੈ। ਇੱਥੇ ਹਰ ਸਟੇਸ਼ਨ ਤੇ ਟਿਕਟ ਘਰ ਨਹੀਂ ਹੁੰਦਾ ਤੇ ਕਦੀ ਖੁੱਲ੍ਹੇ ਪੈਸਿਆਂ ਦੀ ਕਮੀ ਕਾਰਨ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਇਸ ਦੇ ਬਾਰੇ 'ਚ ਹੋਰ ਅੱਗੇ ਡੂੰਘਾਈ ਨਾਲ ਗੱਲ ਕਰਾਂਗੀ। ਇੱਥੇ ਟਿਕਟ ਦੇ ਚੱਕਰ ਵਿੱਚ ਬਹੁਤ ਮਜ਼ੇਦਾਰ ਘਟਨਾ ਘਟੀ। ਵਰਸਾਈ ਤੋਂ ਟ੍ਰੇਨ ਸਾਨੂੰ ਸਿੱਧਾ ਪਹੁੰਚਾਉਂਦੀ ਹੈ ਮੋਪਰਨਾਸ, ਜਿੱਥੋਂ ਆਈਫਲ ਪੈਦਲ ਲਗਭਗ 40 ਮਿੰਟ ਦਾ ਰਾਹ ਹੈ ਤੇ ਮੈਟਰੋ ਤੋਂ 20 ਮਿੰਟ ਦਾ। ਪਰ ਜਦੋਂ ਮੈਂ ਆਪਣੇ ਆਪ ਨੂੰ ਪੁੱਛਿਆ ਕਿ ਪੈਰਿਸ 'ਚ ਇਹੋ ਜਿਹਾ ਕੀ ਹੈ ਜੋ ਨਹੀਂ ਦੇਖਣਾ ਸੀ, ਉੱਤਰ ਸੀ ਕੁਛ ਨਹੀਂ। ਤਾਂ ਮੈਂ ਚੱਲੀ ਪੈਦਲ ਤੇ ਫਿਰ ਕੀ ਕਹਿਣਾ। ਐਵੇਂ ਨਾ ਕਰਦੀ ਤਾਂ ਮੈਟਰੋ ਨਾਲੋਂ ਗਲੀਆਂ ਕਿਵੇਂ ਦੇਖਦੀ ਜੋ ਆਈਫਲ ਤੱਕ ਲੈ ਕੇ ਜਾਂਦੀ ਹੈ, ਉਹ ਘਰ ਕਿਵੇਂ ਦੇਖਦੀ ਜੋ ਆਈਫਲ ਤੋਂ ਦੂਰ ਤੇ ਨੇੜੇ ਸੀ, ਉਹ ਲੋਕ ਜੋ ਖਿਲ ਰਹੇ ਸਨ ਸਾਰੇ ਸ਼ਹਿਰ 'ਚ, ਉਹ ਅੱਧ ਖੁੱਲੀਆਂ ਖਿੜਕੀਆਂ ਤੇ ਉਹਨਾਂ ਅੰਦਰ ਲਹਿਰਾਉਂਦੇ ਹਵਾ ਤੋਂ ਵੀ ਹਲਕੇ ਪਰਦਿਆਂ 'ਚ ਦੇਖਦੇ ਅਲੱਗ-ਅਲੱਗ ਚਿਹਰੇ, ਉਹ ਗ੍ਰੈਫਿਟੀ ਜਿਹੜੀ ਬਣਾ ਦਿੱਤੀ ਹੈ ਕਿਸੇ ਨੇ ਗੁੱਸੇ ਵਿੱਚ ਤੇ ਕਿਸੇ ਨੇ ਪਿਆਰ ਵਿੱਚ, ਉਹ ਬਿੱਲੀ ਜੋ ਚੜ੍ਹ ਗਈ ਹੈ ਲੈਂਪ ਪੋਸਟ ਤੇ ਆਪਣੀ ਮਾਲਕਨ ਦੇ ਬੋਲ ਤੋਂ ਬੇਪਰਵਾਹ, ਤੇ ਛੋਟੇ ਫੁੱਲ ਜੋ ਖਿੜ ਗਏ ਸੀ ਐਵੇਂ ਹੀ ਬਿਨਾਂ ਆਈਫਲ ਦੇ ਵਾਢਾਕਾਰ ਦੀ ਪਰਵਾਹ ਕੀਤੀ। ਉਹਨਾਂ ਨੂੰ ਵੀ ਤਾਂ ਦੇਖਣਾ ਸੀ। ਜੇਕਰ ਟੈਕਸੀ ਜਾਂ ਮੈਟਰੋ ਤੋਂ ਜਗ੍ਹਾ ਦੇਖਣੀ ਹੈ ਤਾਂ YouTube ਉੱਤੇ ਵੀ ਸ਼ਹਿਰ ਦੀਆਂ ਵੀਡੀਓ ਦੇਖ ਸਕਦੇ ਹਾਂ। ਜੇਕਰ ਸਹੀ ਅਰਥਾਂ 'ਚ ਸ਼ਹਿਰ ਦੇਖਣਾ ਹੈ ਤਾਂ ਚੱਲਣਾ ਤਾਂ ਪਵੇਗਾ, ਸ਼ਹਿਰ 'ਚ ਪੈਦਲ ਘੁੰਮਣਾ ਪਏਗਾ। ਪੈਰਿਸ ਦੇ ਫੈਸ਼ਨ ਤੇ ਸਟਾਈਲ ਦੇ ਬਾਰੇ ਬਹੁਤ ਕੁਝ ਸੁਣਿਆ ਸੀ। ਇੱਕ ਸੈਲੂਨ ਸੀ ਤੇ ਉਹਦੇ ਪੋਸਟਰ ਵਿੱਚ ਉਹ ਸਾਰਾ ਕੁਝ ਦਿਖ ਰਿਹਾ ਸੀ। ਮੈਂ ਜਿਵੇਂ ਛੋਟੀ ਜਿਹੀ ਬੱਚੀ ਦੀ ਤਰ੍ਹਾਂ ਮਚਲ ਪਈ ਵਾਲ ਕਟਾਉਣ ਨੂੰ। ਮੈਨੂੰ ਤਾਂ ਵੈਸੇ ਵੀ ਨਵੇਂ ਤਰੀਕੇ ਨਾਲ ਵਾਲ ਕਟਵਾਉਣਾ ਪਸੰਦ ਹੈ। ਵਾਲ ਮੇਰੇ ਇੰਨੇ ਰੱਦੀ ਹੈ ਕਿ ਕਟਿੰਗ ਖਰਾਬ ਹੋ ਜਾਏਗੀ, ਇਹਦਾ ਵੀ ਡਰ ਨਹੀਂ ਰਹਿੰਦਾ। ਬਸ ਹੁਣ ਗੰਜਾ ਹੋਣਾ ਬਾਕੀ ਹੈ। ਉਹ ਸਟਾਈਲ ਮੰਨੋ ਜਿਵੇਂ ਮੈਂ ਤਿਰੂਪਤੀ ਸ਼ਹਿਰ ਲਈ ਬਚਾ ਕੇ ਰੱਖਿਆ। ਸੈਲੂਨ ਬਹੁਤਾ ਮਹਿੰਗਾ ਨਹੀਂ ਸੀ। ਸੰਕੇਤ ਤੇ ਟੁੱਟੀ ਪੁੱਟੀ ਭਾਸ਼ਾ 'ਚ ਉੱਥੇ ਫ੍ਰੈਂਚ ਹੇਅਰ ਡਰੈਸਰ ਨਾਲ ਗੱਲ ਹੋਈ ਜਿਵੇਂ ਤਿਵੇਂ, ਪਰੰਤੂ ਵਾਲ ਬਹੁਤ ਵਧੀਆ ਕੱਟੇ ਗਏ ਤੇ ਇਸ ਤਰ੍ਹਾਂ ਬਣ ਗਈ ਕਿ ਮੈਂ ਪੈਰਿਸ ਵਾਲੀ। ਹੁਣ ਸ਼ਹਿਰ ਨਾਲ ਦੋਸਤੀ ਕਰਨੀ ਸੀ ਤਾਂ ਥੋੜਾ ਸ਼ਹਿਰ ਵਰਗਾ ਤਾਂ ਬਣਨਾ ਹੀ ਸੀ ਨਾ। ਹੁਣ ਮੈਂ ਆਈਫਿਲ ਨੂੰ ਮਿਲਣ ਲਈ ਤਿਆਰ ਸੀ। ਥੋੜੀ ਦੇਰ ਚੱਲਣ ਤੋਂ ਬਾਅਦ ਇੱਕ ਖੂੰਜੇ ਤੋਂ ਮਿਲੀ ਮੈਨੂੰ ਉਹਦੀ ਪਹਿਲੀ ਝਲਕ। ਫਿਰ ਕੀ ਸੀ, ਫਿਰ ਤਾਂ ਮੈਂ ਭੱਜਣ ਲੱਗੀ ਉਹਦੀ ਪੂਰੀ ਝਲਕ ਲਈ, ਪਰੰਤੂ ਸ਼ਾਇਦ ਮੈਂ ਕਿਸੇ ਟੇਢੀ ਦਿਸ਼ਾ 'ਚ ਸੀ। ਆਈਫਿਲ ਜਾਂ ਤਾਂ ਸਾਹਮਣੇ ਤੋਂ ਪੂਰਾ ਦਿਖਦਾ ਸੀ ਤੇ ਜਾਂ ਪਿੱਛੇ ਤੋਂ। ਟੇਢੀ ਦਿਸ਼ਾ 'ਚ ਹੋਰ ਵੀ ਬਹੁਤ ਕੁਝ ਹੈ ਜੋ ਆਈਫਿਲ ਨੂੰ ਲੁਕੋਈ ਰੱਖਦਾ ਹੈ। ਉਂਝ ਉਹਦੇ ਪਿੱਛੇ ਚੱਲਦੇ ਮੈਂ ਠੀਕ ਆਈਫਿਲ ਦੇ ਹੇਠਾਂ ਪਹੁੰਚ ਗਈ। ਲੋਹੇ ਤੋਂ ਬਣੇ ਉਸ ਵੱਡੇ ਢਾਂਚੇ ਤੋਂ ਬਿਲਕੁਲ ਥੱਲੇ ਪੂਰੀ ਦੁਨੀਆ ਦਾ ਸਭ ਤੋਂ ਰੋਮਾਂਚਕਾਰੀ ਢਾਂਚਾ ਮੰਨਿਆ ਜਾਂਦਾ ਹੈ। ਇਹ ਆਈਫਿਲ ਸੀ ਜੋ ਬਿਜਲੀ ਦੇ ਵੱਡੇ ਟਰਾਂਸਫਾਰਮਰ ਵਰਗਾ ਵੀ ਕਿਸੇ ਨੂੰ ਲੱਗ ਸਕਦਾ ਹੈ। ਇਸ ਤੇ ਇੰਨਾ ਸਾਰਾ ਲੋਹਾ, ਤੇ ਜੋ ਭੀੜ ਖੜੀ ਸੀ ਉਸ ਤੇ ਚੜ੍ਹਨ ਖਾਤਰ ਦੂਰੀ ਲਾਈਨ ਬਣਾਏ ਹੋਏ, ਉਸ ਨਾਲ ਬਣਿਆ ਦ੍ਰਿਸ਼ ਥੋੜਾ ਹੋਰ ਡਰਾ ਦੇਣ ਵਾਲਾ ਸੀ। ਕਿਸੇ ਨੇ ਮੈਨੂੰ ਲਾਈਨ 'ਚ ਲੱਗਣ ਲਈ ਕਿਹਾ ਤੇ ਮੈਂ ਭੱਜ ਗਈ ਦੂਜੇ ਪਾਸੇ। ਇੱਕ ਵਾਰ ਪੂਰਾ ਦੇਖ ਤਾਂ ਲਵਾਂ ਪਹਿਲਾਂ ਇਹਨੂੰ, ਜਿਹਨੂੰ ਦੇਖਦੀ ਆਈ ਸੀ ਬਚਪਨ ਤੋਂ, ਕਿਤੇ ਫਿਲਮਾਂ 'ਚ, ਕਿਤੇ ਖਬਰਾਂ 'ਚ, ਕਦੇ ਤਸਵੀਰਾਂ 'ਚ। ਇੱਕ ਵਾਰ ਪੂਰਾ ਦਿਖੇ ਤਾਂ ਭੀੜ ਨੂੰ ਚੀਰਦੇ ਹੋਏ ਮੈਂ ਪਹੁੰਚ ਗਈ ਉਹਦੇ ਪਿੱਛੇ। ਲਓ ਜੀ, there it was। ਇੱਥੇ ਇੰਨੀ ਭੀੜ 'ਚ ਰੂਹਾਨੀਅਤ ਕਿੱਥੇ? ਉਹ ਸਾਰੇ ਲੋਕਾਂ ਦੇ ਹੱਥਾਂ ਵਿੱਚ ਜਾਂ ਤਾਂ ਫੋਨ ਜਾਂ ਕੈਮਰਾ, ਜਾਂ ਤਾਂ ਲੋਕ ਫੋਟੋ ਖਿੱਚ ਰਹੇ ਸੀ ਜਾਂ ਖਿਚਵਾ ਰਹੇ ਸੀ, ਜਾਂ ਫਿਰ ਜੋ ਪਹਿਲਾਂ ਤੋਂ ਖਿੱਚ ਰਿਹਾ ਉਹਨੂੰ ਗੁਜ਼ਾਰਿਸ਼ ਕਰਨ ਦੇ ਇੰਤਜ਼ਾਰ 'ਚ ਸਨ। ਲੋਕ ਹਰ ਇੱਕ ਪਾਸੇ ਤੋਂ ਆਈਫਿਲ ਆਪਣੇ ਕੈਮਰੇ 'ਚ ਕੈਦ ਕਰਨਾ ਚਾਹੁੰਦੇ ਸਨ। ਇਹ ਜੋ ਕੈਮਰੇ ਵਾਲੀ ਨਵੀਂ ਬਿਮਾਰੀ ਹੈ, ਇਸ 'ਚ ਲੋਕ ਦੇਖਦੇ ਘੱਟ ਨੇ
फोटो ज़्यादा खिच्चते खिचवाउंदे ने। इस बीमारी की शिकार मैं भी हाँ। कदे कदे जदों बैटरी खत्म हो जाती है ਜਾਂ ਮੈਮਰੀ ਕਾਰਡ ਫੁੱਲ ਹੋ ਜਾਂਦਾ ਤਾਂ ਮਨ ਹੀ ਮਨ ਖੁਸ਼ ਹੋ ਜਾਂਦੀ ਹਾਂ ਕਿ ਚਲੋ ਹੁਣ ਆਰਾਮ ਨਾਲ ਸ਼ਹਿਰ ਦੇਖਾਂਗੀ। ਵੈਸੇ ਇਕੱਲੇ ਘੁੰਮਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਹੈ ਕਿ ਕੋਈ ਫੋਟੋ ਖਿਚਵਾਉਣ ਵਾਲਾ ਨਹੀਂ ਹੁੰਦਾ। ਇਸ ਨਾਲ ਥੋੜਾ ਆਰਾਮ ਰਹਿੰਦਾ ਹੈ। ਵੈਸੇ ਆਈਫਲ ਦੇ ਸਾਹਮਣੇ ਇਕੱਲੇ ਫੋਟੋ ਲੈਣ ਦੀ ਕੋਸ਼ਿਸ਼ ਕਰਨਾ ਬੇਕਾਰ ਹੈ। ਖਿੱਚੀ ਨਹੀਂ ਜਾਂਦੀ, ਮੇਰੇ ਤੋਂ ਤਾਂ ਨਹੀਂ ਖਿੱਚੀ ਗਈ। ਫਿਲਹਾਲ ਮੈਂ ਜ਼ਿਆਦਾ ਸਮਾਂ ਉੱਥੇ ਨਹੀਂ ਰੁਕੀ ਤੇ ਸੇਨ ਨਦੀ ਦੇ ਕਿਨਾਰੇ ਚੱਲਣ ਲੱਗੀ। ਯੂਰਪ ਦੇ ਵੱਡੇ ਸ਼ਹਿਰਾਂ ਦੀ ਜੋ ਗੱਲ ਉਹਨਾਂ ਨੂੰ ਬੇਹੱਦ ਖਾਸ ਬਣਾਉਂਦੀ ਹੈ ਉਹ ਹੈ ਉਹਨਾਂ ਦੇ ਵਿਚਕਾਰ ਇੱਕ ਨਦੀ ਦਾ ਹੋਣਾ। ਇੱਕ ਸਾਫ਼ ਨਦੀ ਦਾ ਵਗਣਾ ਤੇ ਉਹਨਾਂ ਨਦੀਆਂ ਤੇ ਕਿਨਾਰੇ ਬਣੀਆਂ ਹੁੰਦੀਆਂ ਹਨ ਇੱਕ ਤੋਂ ਵੱਧ ਕੇ ਇੱਕ ਖੂਬਸੂਰਤ ਇਮਾਰਤਾਂ। ਇੱਕ ਵਾਰ ਕਿਤੇ ਨਦੀ ਮਿਲ ਜਾਏ ਤਾਂ ਉਹਨੂੰ ਫੜ ਕੇ ਪੂਰਾ ਸ਼ਹਿਰ ਆਰ ਪਾਰ ਘੁੰਮ ਲਓ ਤੇ ਬਸ ਮਜ਼ੇ ਨਾਲ ਸ਼ਹਿਰ ਦਾ ਇੱਕ ਵੱਡਾ ਸਾਰਾ ਖੂਬਸੂਰਤ ਟੁਕੜਾ ਵੇਖ ਲਿਆ ਤੁਸੀਂ। ਪਰ ਜੇ ਤੁਸੀਂ ਪੋਸਟ ਕਾਰਡ ਤੋਂ ਬਾਹਰ ਵਾਲਾ ਸ਼ਹਿਰ ਵੇਖਣਾ ਹੋਵੇ ਤਾਂ ਗੁੰਮ ਹੋਣਾ ਪਏਗਾ। ਇਵੇਂ ਤਾਂ ਕਿਸੇ ਨਵੇਂ ਸ਼ਹਿਰ 'ਚ ਬਿਨਾਂ ਗਾਈਡ ਜਾਂ ਬਿਨਾਂ ਮੈਪ ਦੇ ਆਰਾਮ ਨਾਲ ਗੁੰਮ ਹੋਇਆ ਜਾ ਸਕਦਾ ਹੈ। ਗੁੰਮ ਹੋ ਜਾਣ ਤੋਂ ਬਾਅਦ ਫਿਰ ਇਹੋ ਜਿਹੀਆਂ ਗਲੀਆਂ ਆਉਂਦੀਆਂ ਹਨ ਜਿਨ੍ਹਾਂ ਦਾ ਜ਼ਿਕਰ ਨਾ ਤਾਂ ਕਿਸੇ ਗਾਈਡ ਬੁੱਕ 'ਚ ਹੁੰਦਾ ਹੈ ਨਾ ਹੀ ਕਿਸੇ ਟਰੈਵਲ ਸ਼ੋਅ 'ਚ। ਤੇ ਫਿਰ ਰਾਹ 'ਚ ਮਿਲਣ ਵਾਲੇ ਲੋਕ ਐਵੇਂ ਦੇ ਹੁੰਦੇ ਹਨ ਜੋ ਟੂਰਿਸਟ ਨੂੰ ਟੂਰਿਸਟ ਦੀ ਨਜ਼ਰ ਨਾਲ ਨਹੀਂ, ਮਹਿਮਾਨ ਦੀ ਨਜ਼ਰ ਨਾਲ ਵੇਖਦੇ ਹਨ। ਘੁੰਮਣ ਵਾਲੀ ਜਗ੍ਹਾ ਤੇ ਕਈ ਟੂਰਿਸਟ ਨੂੰ ਪਰੇਸ਼ਾਨ ਕਰਨ ਤੇ ਉਸ ਤੋਂ ਪੈਸੇ ਕਮਾਉਣ ਵਾਲੇ ਲੋਕ ਮਿਲ ਜਾਂਦੇ ਹਨ, ਪਰ ਉਹਨਾਂ ਬੇਗਾਨਿਆਂ ਰਾਹਾਂ ਤੇ ਹਮੇਸ਼ਾ ਸੱਚੇ ਲੋਕ ਹੀ ਮਿਲਦੇ ਹਨ। ਸਕੂਲ ਜਾਂਦੇ ਜਵਾਕ, ਦਫ਼ਤਰ ਜਾਂਦੇ ਪੁਰਸ਼ ਤੇ ਇਸਤਰੀਆਂ, ਧੁੱਪ ਸੇਕਦੇ ਤੇ ਗੱਪਾਂ ਮਾਰਦੇ ਬਜ਼ੁਰਗ, ਲੋਕਲ ਬੇਕਰੀ, ਲੋਕਲ ਚਾਹ ਕੌਫੀ ਦੀਆਂ ਦੁਕਾਨਾਂ, ਛੋਟੇ ਲੋਕਲ ਢਾਬੇ ਤੇ ਹਰ ਨੁੱਕਰ ਤੇ ਇੱਕ ਬਾਰ। ਇਸ ਤਰ੍ਹਾਂ ਮੈਂ ਪੈਰਿਸ ਸ਼ਹਿਰ 'ਚ ਵੜ ਗਈ। ਬੇਕਰੀ ਦੀ ਗੱਲ ਚੱਲੀ ਤਾਂ ਇੱਕ ਗੱਲ ਦਾ ਜ਼ਿਕਰ ਜ਼ਰੂਰੀ ਹੈ। ਪੈਰਿਸ ਦੀ ਬੇਕਰੀ ਅੱਗੇ ਲੰਡਨ ਦੀ ਬੇਕਰੀ ਕੁਝ ਵੀ ਨਹੀਂ। ਇੱਥੋਂ ਦੀ ਬੇਕਰੀ 'ਚ ਕੋਈ ਵੀ ਚੀਜ਼ ਚੁੱਕ ਲਓ ਤੇ ਬਸ ਵਾਹ ਮੂੰਹ 'ਚ ਪਿਘਲਦੇ ਕਰੋਸੋਂ, ਅੰਦਰੋਂ ਨਰਮ ਤੇ ਉੱਪਰੋਂ ਕਰਾਰੀ ਐਕਲੇਅਰ, ਲੈਮਨ ਟਾਰਟ ਤੇ ਮੈਕਰਨ ਤਾਂ ਬਸ ਆਹਾ। ਤੇ ਵਾਈਨ ਇਹੋ ਜਿਹੀ ਕਿ ਜਿਵੇਂ ਸ਼ਹਿਦ ਤੇ ਸ਼ਹਿਦ ਜਿੰਨੇ ਹੀ ਬਜਟ ਦੀ। ਜੇਕਰ ਮੈਂ ਭਾਰਤ ਤੋਂ ਘੁੰਮਣ ਆਈ ਹੁੰਦੀ ਤਾਂ ਪੈਰਿਸ ਬਾਕੀ ਯੂਰਪ ਦੇ ਮੁਕਾਬਲੇ ਮਹਿੰਗਾ ਲੱਗ ਸਕਦਾ ਸੀ, ਪਰ ਲੰਡਨ ਦੇ ਮੁਕਾਬਲੇ ਬੇਹੱਦ ਸਸਤਾ ਹੈ। ਰੋਜ਼ਾਨਾ ਰੈਸਟੋਰੈਂਟ 'ਚ ਖਾਣਾ ਤੇ ਵਾਈਨ ਪੀਣ ਦਾ ਤਾਂ ਮੇਰਾ ਬਜਟ ਨਹੀਂ ਸੀ। ਫਿਰ ਮੈਂ ਇੱਥੋਂ ਦੇ ਲੋਕਲ ਲੋਕਾਂ ਤੋਂ ਸਸਤਾ ਤੇ ਟਿਕਾਊ ਤਰੀਕਾ ਸਿੱਖਿਆ। ਸੁਪਰ ਮਾਰਕੀਟ 'ਚੋਂ ਮੈਂ 20 ਰੁਪਏ ਦੀ ਇੱਕ ਬਗੇਟ ਖਰੀਦ ਲਈ। ਆਪਣੇ ਪਸੰਦ ਦੇ ਇੱਕ ਪਨੀਰ ਦਾ ਟੁਕੜਾ ਤੇ ਪੀਣ ਦੀ ਆਪਣੀ ਸਮਰੱਥਾ ਦੇ ਹਿਸਾਬ ਨਾਲ ਵਾਈਨ ਦੀ ਬੋਤਲ। ਬਸ ਇੱਕ ਬ੍ਰੈਡ ਦਾ ਟੁਕੜਾ, ਇੱਕ ਚੱਕ ਪਨੀਰ ਤੇ ਉੱਪਰ ਤੋਂ ਇੱਕ ਘੁੱਟ ਵਾਈਨ। ਸਾਨੂੰ ਬਹੁਤ ਸਾਰੇ ਫ੍ਰੈਂਚ ਲੋਕ ਇਸੇ ਤਰ੍ਹਾਂ ਨਾਲ ਆਪਣਾ ਲੰਚ ਕਰਦੇ ਦਿਖ ਜਾਣਗੇ। ਸਾਰੇ ਭਾਰਤੀਆਂ ਵਾਂਗੂ ਲੋਕ ਇੱਥੇ ਤਿੰਨੋਂ ਸਮੇਂ ਗਰਮ ਖਾਣਾ ਨਹੀਂ ਖਾਂਦੇ। ਗਰਮ ਖਾਣਾ ਸਿਰਫ ਰਾਤ ਦਾ ਹੁੰਦਾ ਹੈ ਜਦੋਂ ਸਾਰੇ ਘਰ ਦੇ ਲੋਕ ਇਕੱਠੇ ਬੈਠ ਕੇ ਗਰਮਾ ਗਰਮ ਖਾਣਾ ਖਾਂਦੇ ਹਨ। ਇਹ ਗਰਮ ਖਾਣੇ ਨੂੰ ਲਗਜ਼ਰੀ ਵਾਂਗੂ ਮੰਨਦੇ ਹਨ। ਜੇਕਰ ਤੁਸੀਂ ਗਰਮ ਲੰਚ ਲਿਆ ਹੈ ਤਾਂ ਮਤਲਬ ਜਾਂ ਤਾਂ ਕੋਈ ਖਾਸ ਮੌਕਾ ਹੋਏਗਾ ਜਾਂ ਤੁਸੀਂ ਬਹੁਤ ਸਾਰੇ ਪੈਸੇ ਵਾਲੇ ਹੋਵੋਗੇ। ਸ਼ਾਇਦ ਇੱਥੇ ਮਰਦ ਤੇ ਔਰਤਾਂ ਦੋਵੇਂ ਕੰਮ ਕਰਦੇ ਹਨ ਤੇ ਕੰਮ ਵਾਲੀ ਰੱਖੀ ਹੋਣ ਦਾ ਤਾਂ ਕੋਈ ਰਿਵਾਜ ਹੀ ਨਹੀਂ ਤਾਂ ਸਾਡੇ ਇੱਥੇ ਤਾਂ ਤਵੇ ਤੋਂ ਰੋਟੀ ਸਿੱਧੇ ਥਾਲੀ 'ਚ ਆਉਣੀ ਚਾਹੀਦੀ ਹੈ। ਬੇਟਾ ਗਰਮ ਖਾ ਲਓ ਨਹੀਂ ਤਾਂ ਠੰਡਾ ਹੋ ਜਾਊਗਾ। ਸਾਡੇ 'ਚੋਂ ਸ਼ਾਇਦ ਹੀ ਕਿਸੇ ਨੇ ਆਪਣੀ ਮਾਂ ਦੇ ਮੂੰਹੋਂ ਨਾ ਸੁਣਿਆ ਹੋਵੇ, ਪਰ ਹੁਣ ਉੱਥੇ ਭਾਰਤ ਵਿੱਚ ਵੀ ਜਿਹੜੀਆਂ ਨਵੀਆਂ ਮਾਵਾਂ ਰਸੋਈ 'ਚੋਂ ਬਾਹਰ ਨਿਕਲ ਗਈਆਂ ਹਨ, ਸ਼ਾਇਦ ਉਹਨਾਂ ਦੇ ਬੱਚੇ ਰਸੋਈ 'ਚ ਕੋਈ ਕੰਮ ਕਰਨਾ ਸਿੱਖ ਜਾਣ। ਹੁਣ ਜੋ ਪੈਰਿਸ ਦੁਨੀਆ ਦੇ ਸਭ ਤੋਂ ਰੋਮਾਂਚਕਾਰੀ ਸ਼ਹਿਰਾਂ 'ਚ ਗਿਣਿਆ ਜਾਂਦਾ ਹੈ, ਜੋ ਸੜਕਾਂ ਉੱਤੇ ਇੱਕ ਦੂਜੇ ਨੂੰ ਚੁੰਮਦੇ, ਪੁਲਾਂ ਤੇ ਜਾਲੀਦਾਰ ਵਾੜਦੇ, ਤਾਲੇ ਲਗਾਉਂਦੇ, ਸੈਲਫੀ ਲੈਂਦੇ ਜੋੜਿਆਂ ਦੀ ਭਰਮਾਰ ਜਿਹੀ ਹੈ ਇਸ ਸ਼ਹਿਰ ਵਿੱਚ। ਪਰੰਤੂ ਕੀ ਇੱਥੋਂ ਦੇ ਰਹਿਣ ਵਾਲੇ ਮੂਲ ਪੈਰਿਸ ਵਾਲੇ ਵੀ ਇੰਨੇ ਹੀ ਰੋਮਾਂਚਕਾਰੀ ਹਨ? ਜਦ ਕਿ ਮੈਂ ਦੇਖੇ ਹਨ ਹਰ ਗਲੀ 'ਚ ਸੰਗੀਤ ਵਜਾਉਂਦੇ, ਡਾਂਸ ਕਰਦੇ, ਪੇਂਟਿੰਗ ਬਣਾਉਂਦੇ ਲੋਕ। ਪਰ ਇਹਨਾਂ ਸਾਰਿਆਂ 'ਚ ਮੈਂ ਰੂਹਦਾਰੀ ਨਾਲੋਂ ਵੱਧ ਉਦਾਸੀ ਦੇਖੀ। ਸ਼ਾਇਦ ਯੂਰਪ ਦੀ ਡਿੱਗਦੀ ਆਰਥਿਕਤਾ ਦੀ ਮਾਰ ਇਹਦਾ ਇੱਕ ਕਾਰਨ ਹੋਵੇ। ਵੈਸੇ ਵੀ ਆਰਥਿਕ ਤੰਗੀ ਦੀ ਮਾਰ ਸਭ ਤੋਂ ਪਹਿਲਾਂ ਕਲਾ ਤੇ ਫਿਰ ਪਿਆਰ ਤੇ ਹੀ ਪੈਂਦੀ ਹੈ। ਇੱਕ ਤਰਫ ਵੂਡੀ ਐਲਨ ਦਾ ਪੈਰਿਸ ਹੈ ਜਿੱਥੇ ਰੋਮਾਂਸ ਹੈ, ਕਲਾ ਹੈ, ਮਿਊਜ਼ੀਅਮ, ਲਾਇਬ੍ਰੇਰੀਆਂ ਹਨ, ਲੇਖਕਾਂ ਤੇ ਚਿੱਤਰਕਾਰਾਂ ਦੇ ਘਰ ਹਨ, ਧੂਏ 'ਚ ਘਿਰੇ ਕੈਫੇ ਹਨ, ਸੰਘਣੇ ਰੁੱਖਾਂ ਨਾਲ ਘਿਰੀਆਂ ਖੁੱਲ੍ਹੀਆਂ ਸੜਕਾਂ ਹਨ, ਬੁਲਵਾਰਡ ਹੈ, ਦੁਨੀਆ ਦੀ ਸਭ ਤੋਂ ਵਧੀਆ ਵਾਈਨ ਹੈ, ਪਨੀਰ ਹੈ।
ਇੱਕ ਤੋਂ ਵੱਧ ਹੋਟਲ ਹੈ, ਫੈਸ਼ਨ ਹੈ, ਸਟਾਈਲ ਹੈ। ਇੱਕ ਵੂਡੀ ਏਲਨ ਦਾ ਪੈਰਿਸ ਹੈ, ਕਲੀਸ਼ੇ ਪੈਰਿਸ, ਜੋ ਕਿ ਬਹੁਤ ਸੁੰਦਰ ਹੈ ਪਰੰਤੂ ਅਸਲ ਤੋਂ ਥੋੜਾ ਹਟ ਕੇ। ਅਜਿਹਾ ਨਹੀਂ ਕਿ ਪੈਰਿਸ 'ਚ ਇਹ ਸਭ ਨਹੀਂ ਹੈ, ਪਰ ਇੱਕ ਪੈਰਿਸ ਰੋਮਨ ਪਲਾਸਕੀ ਦਾ ਵੀ ਹੈ, ਜਿੱਥੇ ਲੋਕ ਇੱਕ ਦੂਜੇ ਤੋਂ ਦੂਰ ਹਨ, ਇਕੱਲੇ ਰਹਿੰਦੇ ਹਨ, ਸੰਵਾਦ ਨਹੀਂ ਹੈ, ਨੌਕਰੀਆਂ ਖਤਮ ਹੋ ਰਹੀਆਂ ਹਨ। ਸੋਹਣੇ ਬੁਲਵਾਰਡ ਉੱਥੇ ਹੜਤਾਲ ਤੇ ਧਰਨੇ ਹਨ, ਬੇਰੁਜ਼ਗਾਰ ਨੌਜਵਾਨਾਂ ਦਾ ਗੁੱਸਾ ਹੈ, ਰੋਜ਼ੀ ਰੋਟੀ ਦੀ ਤਲਾਸ਼ ਹੈ, ਪ੍ਰਵਾਸ ਦੇ ਰਾਹ ਲੱਭਦੀ ਰੋਜ਼ਮर्रा ਜ਼ਿੰਦਗੀ ਹੈ। ਮੈਂ ਲਵ ਲੌਕ ਬ੍ਰਿਜ ਉੱਤੇ ਖੜੀ ਇਹ ਸਭ ਸੋਚ ਰਹੀ ਸੀ ਕਿ ਇੱਕ ਭੂਰੇ ਵਾਲਾਂ ਵਾਲਾ ਨੌਜਵਾਨ ਮੇਰੇ ਸਾਹਮਣੇ ਆ ਕੇ ਖੜ ਗਿਆ। ਫ੍ਰੈਂਚ ਵਿੱਚ ਕੁਝ ਬੋਲਿਆ ਤੇ ਇੱਕਦਮ ਨੇੜੇ ਹੋ ਕੇ ਮੇਰੇ ਜਵਾਬ ਦਾ ਇੰਤਜ਼ਾਰ ਕਰਨ ਲੱਗਿਆ। ਨੋ ਫ੍ਰੈਂਚ, ਸੌਰੀ, ਮੈਂ ਬਸ ਇੰਨਾ ਕਿਹਾ, ਭਾਵੇਂ ਕਿ ਮੈਂ ਉਹਦਾ ਮਤਲਬ ਜਾਣ ਗਈ ਸੀ। ਕੁਝ ਗੱਲਾਂ ਕਿਸੇ ਵੀ ਭਾਸ਼ਾ ਵਿੱਚ ਕਹੀਆਂ ਜਾਣ ਇੱਕੋ ਜਿਹੀਆਂ ਹੀ ਲੱਗਦੀਆਂ ਹਨ। ਇੱਥੇ ਅੰਗਰੇਜ਼ੀ ਵਿੱਚ ਚੰਗੇ ਤੋਂ ਚੰਗਿਆਂ ਦਾ ਹੱਥ ਤੰਗ ਹੈ। ਉਸਨੇ ਵੀ ਉਵੇਂ ਹੀ ਅੰਗਰੇਜ਼ੀ 'ਚ ਮੈਨੂੰ ਆਪਣੇ ਨਾਲ ਡਰਿੰਕ ਕਰਨ ਦਾ ਸੱਦਾ ਦਿੱਤਾ। ਕੀ ਜਵਾਬ ਦੇਵੇ ਇੱਕ ਭਾਰਤੀ ਕੁੜੀ ਇਹੋ ਜਿਹੇ ਸੱਦੇ ਦਾ? ਰਾਹ ਚੱਲਦੇ ਅਜਨਬੀਆਂ ਨਾਲ ਇਹੋ ਜਿਹੇ ਸਵਾਲਾਂ ਦਾ ਤਾਂ ਸਾਹਮਣਾ ਹੀ ਨਹੀਂ ਕੀਤਾ ਮੈਂ ਕਦੇ। ਮੇਰੇ ਨਾਲ ਮੰਗਲ ਗ੍ਰਹਿ ਤੇ ਚੱਲੇਂਗੀ? ਉਸ ਤੋਂ ਘੱਟ ਮੁਸ਼ਕਿਲ ਨਹੀਂ ਸੀ ਇਹ ਸਵਾਲ। ਸੋ ਇਹਨੂੰ ਨਮਸਤੇ ਕਰਕੇ ਬਿਨਾਂ ਪੁਲ ਤੋਂ ਤਾਲਾ ਲਗਾਏ ਮੈਂ ਉੱਥੋਂ ਖਿਸਕ ਗਈ। ਮੈਂ ਸੋਚ ਰਹੀ ਸੀ ਕਿ ਸ਼ਾਇਦ ਇੱਥੇ ਕਿਸੇ ਨੂੰ ਚਾਹ ਕੌਫੀ ਜਾਂ ਡਰਿੰਕ ਪੁੱਛਣਾ ਆਮ ਗੱਲ ਹੋਏਗੀ। ਇੱਥੇ ਤਾਂ ਭੂਆ ਮਾਸੀ ਚਾਚੀ ਤਾਈ ਕੋਈ ਨਹੀਂ ਹੁੰਦੀ ਕਿ ਆਪਣੀ ਡੇਟ ਫਿਕਸ ਕਰਵਾਏ, ਇਸ ਲਈ ਖੁਦ ਹੀ ਪਹਿਲ ਕਰਨੀ ਪੈਂਦੀ ਹੋਏਗੀ। ਜੇਕਰ ਸਾਡੇ ਦੇਸ਼ 'ਚ ਅਰੇਂਜ ਮੈਰਿਜ ਨਾਮ ਦੀ ਵਿਵਸਥਾ ਨਾ ਹੁੰਦੀ ਤਾਂ ਸਾਨੂੰ ਵੀ ਸ਼ਾਇਦ ਇੱਕ ਦੂਜੇ ਨਾਲ ਐਵੇਂ ਹੀ ਗੱਲ ਕਰਨੀ ਪੈਂਦੀ ਤੇ ਫਿਰ ਇਹ ਸਾਡੇ ਲਈ ਵੀ ਆਮ ਹੋ ਜਾਂਦਾ। ਪਰ ਅਸੀਂ ਕਿੱਥੇ ਗੱਲ ਕਰਦੇ? ਕੁੜੀਆਂ ਤਾਂ ਐਵੇਂ ਪੁਲਾਂ ਉੱਤੇ ਫਿਰਦੀਆਂ ਨਹੀਂ ਬਿਨਾਂ ਕੰਮ ਤੋਂ, ਤੇ ਜੇਕਰ ਮਿਲ ਵੀ ਜਾਏ ਕੋਈ ਕਿਸਮਤ ਨਾਲ ਤਾਂ ਲੈ ਕੇ ਕਿੱਥੇ ਜਾਓਗੇ ਡਰਿੰਕ ਲਈ? ਮੇਰੇ ਪਿੰਡ 'ਚ ਤਾਂ ਇਹੋ ਜਿਹੀ ਕੋਈ ਜਗ੍ਹਾ ਨਹੀਂ। ਸਾਰਾ ਹਿੰਦੁਸਤਾਨ ਮੁੰਬਈ 'ਚ ਥੋੜ੍ਹਾ ਵਸਦਾ ਹੈ। ਵਧੀਆ ਹੈ ਕਿ ਅਰੇਂਜ ਮੈਰਿਜ ਦਾ ਜੁਗਾੜ ਹੈ, ਨਹੀਂ ਤਾਂ ਕਾਫੀ ਮੁਸ਼ਕਿਲ ਹੋ ਜਾਂਦੀ ਕਿ ਨਹੀਂ। ਸਾਹਮਣੇ ਚੁਰਾਹੇ ਤੇ ਆ ਗਿਆ ਆਰਕ ਡੇ ਟ੍ਰਿਊਂਫ, ਇੱਕਦਮ ਆਪਣੇ ਇੰਡੀਆ ਗੇਟ ਜਿਹਾ। ਫਰਕ ਬਸ ਇੰਨਾ ਕਿ ਇਸ ਉੱਪਰ ਯੁੱਧ ਕਲਾਕ੍ਰਿਤੀਆਂ, ਮੂਰਤੀ ਸ਼ਿਲਪ ਤੇ ਉਕਰੀਆਂ ਹੋਈਆਂ ਹਨ। ਬਹਿਰਹਾਲ ਅੰਦਰ ਬਾਹਰ ਬਣੇ ਫ੍ਰੈਂਚ ਕ੍ਰਾਂਤੀ ਤੇ ਨੈਪੋਲੀਅਨ ਯੁੱਧ ਦੇ ਸ਼ਹੀਦਾਂ ਦੇ ਨਾਮ ਤੇ ਥੱਲੇ ਵਿਸ਼ਵ ਯੁੱਧ ਦੇ ਕਿਸੇ ਸ਼ਹੀਦ ਦੀ ਬੇਨਾਮ ਇੱਕ ਕਬਰ। ਵੈਸੇ ਇਹ ਸਾਰੇ ਸ਼ਹੀਦ ਸਮਾਰਕ ਇੱਕੋ ਜਿਹੇ ਕਿਉਂ ਹੁੰਦੇ ਹਨ? ਇੱਕ ਬਿਨਾਂ ਦੀਵਾਰ ਤੋਂ ਵੱਡਾ ਸਾਰਾ ਗੇਟ ਤੇ ਉਹਦੇ ਉਕਰੇ ਹੋਏ ਨਾਮ। ਦੇਸ਼ ਦੇ ਲਈ ਕਦੇ ਰਾਜਾ ਤੇ ਕਦੇ ਨੇਤਾ ਦੇ ਲਈ ਮਰ ਖੱਪ ਜਾਣਾ ਮੇਰੇ ਤਾਂ ਵੱਸ ਦੀ ਗੱਲ ਨਹੀਂ, ਚਾਹੇ ਕਿੰਨਾ ਵੀ ਵੱਡਾ ਨਾਮ ਲਿਖਿਆ ਜਾਣ ਵਾਲਾ ਹੋਵੇ ਕੰਧਾਂ ਤੇ। ਕਿੰਨਾ ਕੁਝ ਸੋਚਦੇ ਰਹਿੰਦੇ ਆ ਨਾ ਅਸੀਂ, ਐਵੇਂ ਬਿਨਾਂ ਗੱਲੋਂ ਦਿਮਾਗ ਚਲਾਉਂਦੇ ਰਹਿੰਦੇ ਹਾਂ। ਹੁਣ ਮੈਂ ਥੱਕ ਗਈ ਹਾਂ ਤੇ ਆਰਾਮ ਕਰ ਲੈਂਦੀ ਹਾਂ। ਏਅਰ ਫਰਾਂਸ ਦੀ ਇਮਾਰਤ ਦੇ ਸਾਹਮਣੇ ਵੱਡੇ ਸਾਰੇ ਪਾਰਕ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਐਵੇਂ ਹੀ ਬੈਠੇ ਸਨ। ਕੋਈ ਇਕੱਲਾ ਹੈ, ਕੋਈ ਦੋਸਤਾਂ ਨਾਲ, ਕੋਈ ਚਾਦਰ ਵਿਛਾ ਕੇ ਸੌਂ ਗਿਆ ਹੈ। ਸੋਹਣੀ ਧੁੱਪ ਹੈ। ਵਾਈਨ ਨੇ ਦਿਮਾਗ ਨੂੰ ਹੌਲਾ ਕਰ ਦਿੱਤਾ। ਮੈਂ ਵੀ ਆਪਣਾ ਸਕਾਰਫ ਮੂੰਹ ਤੇ ਲੈ ਕੇ ਸੌਂ ਜਾਂਦੀ ਹਾਂ। ਕੁਛ ਹੀ ਦੇਰ ਬਾਅਦ ਫਿਰ ਚੱਲਣ ਨੂੰ ਤਿਆਰ, ਸੋਚਦਿਆਂ, ਚੱਲਦਿਆਂ, ਰੁਕਦਿਆਂ, ਸੁਸਤਾਉਂਦਿਆਂ, ਆਰਾਮ ਕਰਦਿਆਂ ਤੇ ਫਿਰ ਚੱਲਦਿਆਂ ਜ਼ਿੰਦਗੀ ਬਹੁਤ ਆਸਾਨ ਜਿਹੀ ਲੱਗਦੀ ਹੈ। ਕਿੰਨਾ ਜ਼ਰੂਰੀ ਹੈ ਇੱਥੇ ਥੱਕ ਜਾਈਏ ਉੱਥੇ ਹੀ ਸੁਸਤਾ ਲੈਣਾ, ਐਵੇਂ ਪੈਰ ਫੈਲਾ ਕੇ ਬੇਫਿਕਰੇ ਹੋ ਕੇ ਸੌਂ ਜਾਣਾ। ਬਹੁਤ ਜ਼ਰੂਰੀ ਹੈ ਰੁਕ ਸਕਣਾ, ਫਿਰ ਤੋਂ ਚੱਲਣ ਨੂੰ ਤਿਆਰ ਹੋਣ ਲਈ। ਮੇਰਾ ਟਿਕਾਣਾ ਪੈਰਿਸ ਤੋਂ ਘੰਟੇ ਦੀ ਦੂਰੀ ਤੇ ਸੀ, ਇਸ ਲਈ ਮੈਂ ਟਾਈਮ ਨਾਲ ਵਰਸਾਈ ਦੇ ਵੱਲ ਚੱਲ ਪਈ। ਮੈਨੂੰ ਲੱਗਿਆ ਕਿ ਵਰਸਾਈ 'ਚ ਰਹਿੰਦੇ ਹੋਏ ਤਾਂ ਰਾਤ ਦਾ ਜਗਮਗਾਉਂਦਾ ਪੈਰਿਸ ਵੇਖਣਾ ਔਖਾ ਹੋਏਗਾ। ਅਸਲ 'ਚ ਸਹੀ ਸਮੇਂ ਤੇ ਘਰ ਪਹੁੰਚਣ ਵਾਲੀ ਆਦਤ ਮੈਂ ਅਜੇ ਤੱਕ ਬਦਲ ਨਹੀਂ ਸੀ ਸਕੀ। ਇਸ ਲਈ ਮੈਂ ਪੈਰਿਸ ਵਿੱਚ ਇੱਕ ਹੋਰ ਪਹਿਚਾਣ ਕੱਢੀ ਤੇ ਇੱਕ ਦੋਸਤ ਦੇ ਦੋਸਤ ਨੂੰ ਲੱਭ ਕੇ ਖੁਦ ਨੂੰ ਉਹਨਾਂ ਦੇ ਘਰ ਸੱਦਾ ਪੱਤਰ ਦਿਵਾ ਦਿੱਤਾ। ਇਕੱਲੇ ਘੁੰਮਣ ਨਾਲ ਥੋੜ੍ਹੀ ਬਹੁਤ ਬੇਸ਼ਰਮੀ ਤਾਂ ਆ ਹੀ ਜਾਂਦੀ ਹੈ ਤੇ ਲਾਜ਼ਮੀ ਵੀ ਹੈ। ਕੋਈ ਨਾ ਹੀ ਬੋਲੇਗਾ ਜ਼ਿਆਦਾ ਤੋਂ ਜ਼ਿਆਦਾ, ਪਰ ਹਾਂ ਬੋਲ ਦਿੱਤਾ ਤਾਂ ਇਸ ਲਈ ਪੁੱਛਣਾ ਤਾਂ ਬਣਦਾ ਹੈ, ਹਰਜ਼ ਕੀ ਹੈ। ਅਗਲੇ ਦਿਨ ਲੈ ਕੇ ਆਪਣਾ ਝੋਲਾ ਮੈਂ ਆ ਗਈ ਪੈਰਿਸ ਤੇ ਲੱਭਣ ਲੱਗੀ ਰੋਹਿਤ ਦਾ ਘਰ। ਪਹਿਲਾਂ ਉਸਨੇ ਬੰਜੋਰ ਮਤਲਬ ਨਮਸਤੇ ਕਿਹਾ ਤੇ ਫਿਰ ਫ੍ਰੈਂਚ 'ਚ ਬੋਲਣ ਲੱਗਾ। ਫਿਰ ਥੋੜੇ ਸਮੇਂ ਬਾਅਦ ਉਹਨੇ ਮੈਨੂੰ ਸਿਗਰਟ ਪੀਣ ਲਈ ਕਿਹਾ। ਮੇਰੇ ਨਾਮ ਬੋਲਣ ਤੇ ਪਾਣੀ ਦਿੱਤਾ। ਫਿਰ ਉਹਨੇ ਕੁਝ ਗੱਲਾਂ ਕੀਤੀਆਂ ਤੇ ਮੇਰਾ ਜਵਾਬ ਨਾ 'ਚ ਮਿਲਣ ਤੇ ਆਪਣੇ ਕੋਟ ਦੀ ਜੇਬ 'ਚ
ਰੇਡੀਓ ਕੱਢ ਕੇ ਗਾਣੇ ਸੁਣਨ ਲੱਗ ਪਿਆ। ਥੋੜਾ ਸਮਾਂ ਗਾਣਿਆਂ ਦੀ ਧੁਨ 'ਚ ਮਸਤ ਰਿਹਾ, ਫਿਰ ਨਾਲ ਬੈਠੇ ਹੋਰ ਵਿਅਕਤੀ ਨਾਲ ਗੱਲਾਂ ਕਰਨ ਲੱਗਾ। ਦੋਨਾਂ ਨੇ ਇਕੱਠਿਆਂ ਸਿਗਰਟ ਪੀਤੀ, ਕੁਝ ਗੱਲਾਂ ਉੱਤੇ ਹਾਸਾ ਠੱਠਾ ਕੀਤਾ। ਫਿਰ ਨਾਲ ਵਾਲਾ ਵਿਅਕਤੀ ਸਲਾਮ ਕਰਕੇ ਚਲਾ ਗਿਆ। ਮੇਰੀ ਬੱਸ ਆਉਣ 'ਤੇ ਮੈਂ ਵੀ ਉਹਨੂੰ ਸਲਾਮ ਕੀਤਾ ਤੇ ਬੱਸ 'ਚ ਬੈਠ ਗਈ। ਫਿਰ ਉਹ ਵੀ ਆਪਣਾ ਰੇਡੀਓ ਬੰਦ ਕਰਕੇ ਬੱਸ 'ਚ ਚੜ੍ਹ ਗਿਆ। 2-4 ਲਾਈਨਾਂ ਫ੍ਰੈਂਚ ਦੀਆਂ ਬੋਲੀਆਂ ਤੇ ਆਪਣੇ ਬੈਗ 'ਚੋਂ ਖਾਲੀ ਗਲਾਸ ਕੱਢ ਕੇ ਇੱਕ ਸਵਾਰੀ ਵੱਲ ਜਾਣ ਲੱਗਾ। ਉਹ ਇੱਕ ਫ੍ਰੈਂਚ ਭਿਖਾਰੀ ਸੀ। ਬਹੁਤ ਕਮਾਲ ਦਾ ਦ੍ਰਿਸ਼ ਸੀ। 1 ਮਿੰਟ ਪਹਿਲਾਂ ਜੋ ਵਿਅਕਤੀ ਉਹਨਾਂ ਨਾਲ ਬੈਠ ਕੇ ਗਾਣੇ ਸੁਣ ਰਿਹਾ ਸੀ, ਗੱਲਾਂ ਕਰ ਰਿਹਾ ਸੀ, ਸਿਗਰਟ ਪੀ ਰਿਹਾ ਸੀ, ਹੁਣ ਉਹੀ ਉਹਨਾਂ ਸਾਰਿਆਂ ਸਾਹਮਣੇ ਹੱਥ ਅੱਡ ਰਿਹਾ ਸੀ। ਉਹਦੇ ਹੱਥ ਅੱਡਣ 'ਚ ਕਿਸੇ ਤਰ੍ਹਾਂ ਦੀ ਕੋਈ ਝਿਜਕ, ਖਿਝ ਜਾਂ ਨਾਰਾਜ਼ਗੀ ਵੀ ਨਹੀਂ ਸੀ। ਜਿਵੇਂ ਬਸ ਉਹ ਆਪਣਾ ਕੰਮ ਕਰ ਰਿਹਾ ਹੋਵੇ। ਸ਼ਾਇਦ ਕੋਈ ਵੀ ਚੀਜ਼ ਵੱਧ ਹੋਵੇ ਤਾਂ ਬੇਕਦਰੀ ਹੋਣ ਲੱਗ ਜਾਂਦੀ ਹੈ ਤੇ 1-2 ਹੋਣ ਤਾਂ ਭਿਖਾਰੀ ਵੀ ਖਾਸ ਲੱਗਣ ਲੱਗ ਜਾਂਦੇ ਹਨ। ਹੁਣ ਸਿਗਰਟ ਦੀ ਗੱਲ ਚੱਲੀ ਹੈ ਤਾਂ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ ਦੱਸ ਦੇਵਾਂ, ਇੱਥੇ ਪੀਂਦੇ ਸਭ ਲੋਕ ਹਨ ਪਰ ਖਰੀਦਦਾ ਸ਼ਾਇਦ ਹੀ ਕੋਈ ਹੈ। ਜੇਕਰ ਤੁਸੀਂ ਖੁੱਲ੍ਹੇ ਕੈਫੇ 'ਚ ਬੈਠ ਕੇ ਚਾਹ ਜਾਂ ਕੌਫੀ ਪੀ ਰਹੇ ਹੋ ਤੇ 4-5 ਐਵੇਂ ਰਾਹ ਚੱਲਦੇ ਲੋਕ ਤੁਹਾਡੇ ਤੋਂ ਸਿਗਰਟ ਮੰਗ ਲੈਣ ਤਾਂ ਹੈਰਾਨ ਨਹੀਂ ਹੋਣਾ। ਇਹ ਇੱਥੇ ਬਿਲਕੁਲ ਆਮ ਗੱਲ ਹੈ। ਰੋਹਿਤ ਫਰਾਂਸ 'ਚ ਕਈ ਸਾਲਾਂ ਤੋਂ ਰਹਿ ਰਿਹਾ ਸੀ। ਉਹਦੇ ਘਰ ਪਹੁੰਚੀ ਤਾਂ ਉਹਦੀ ਘਰਵਾਲੀ ਸੁਮਨ ਨੇ ਬਣਾਏ ਸੀ ਛੋਲੇ ਤੇ ਚਾਵਲ। ਵਾਟ ਅ ਵੈਲਕਮ! ਕਿਸੇ ਭਾਰਤੀ ਨੂੰ ਸ਼ਾਇਦ ਹੀ ਕੋਈ ਚੀਜ਼ ਯੂਰਪ ਵਿੱਚ ਇਸ ਤਰ੍ਹਾਂ ਪਰੇਸ਼ਾਨ ਕਰੇ ਜਿਸ ਤਰ੍ਹਾਂ ਦੇਸੀ ਖਾਣੇ ਦੀ ਯਾਦ। ਜਦੋਂ ਇੱਕ ਵਾਰ ਖਾਣੇ ਤੋਂ ਪਹਿਲਾਂ ਤੇ ਫਿਰ ਖਾਣੇ ਤੋਂ ਬਾਅਦ ਸੁਮਨ ਨੇ ਚਾਹ ਫੜਾਈ, ਮੈਨੂੰ ਸਮਝ ਆ ਗਿਆ ਕਿ ਬਹੁਤ ਬਣੇਗੀ ਸਾਡੀ। ਅਸੀਂ 2 ਹੀ ਦਿਨਾਂ 'ਚ ਗੂੜੀਆਂ ਦੋਸਤ ਬਣ ਗਈਆਂ। ਅਸੀਂ ਦੋਨੋਂ ਆਪਣੀ ਜ਼ਿੰਦਗੀ ਦੇ ਰਾਜ਼ ਇੱਕ ਦੂਜੇ ਦੇ ਸਾਹਮਣੇ ਖੋਲ੍ਹਦੀਆਂ ਚਲੀਆਂ ਗਈਆਂ। ਕਿਤੇ ਨਾ ਕਿਤੇ ਅਸੀਂ ਸਾਰੇ ਇੱਕੋ ਜਿਹੇ ਹੁੰਦੇ ਹਾਂ, ਇਸ ਲਈ ਦੇਸ਼, ਭਾਸ਼ਾ, ਕੱਪੜੇ ਲੱਤੇ ਸਾਨੂੰ ਕੁਛ ਯਾਦ ਨਹੀਂ ਬਦਲ ਸਕਦੇ, ਕੁਛ ਜ਼ਿਆਦਾ ਨਹੀਂ ਬਦਲ ਸਕਦੇ। ਸਾਡੇ ਦਿਲਾਂ ਦਾ ਹਾਲ ਇੱਕ ਪੱਧਰ 'ਤੇ ਇੱਕੋ ਜਿਹਾ ਰਹਿੰਦਾ ਹੈ। ਉਹਦੇ ਨਾਲ ਰਹਿੰਦੇ ਹੋਏ ਮੈਂ ਭੁੱਲ ਹੀ ਗਈ ਕਿ ਮੈਂ ਸੁਮਨ ਦੀ ਨਹੀਂ, ਰੋਹਿਤ ਦੀ ਦੋਸਤ ਹਾਂ। ਰੋਹਿਤ ਚਲਿਆ ਜਾਂਦਾ ਆਫਿਸ, ਮੈਂ ਤੇ ਸੁਮਨ ਚਾਹ ਪੀਂਦੇ ਤੇ ਗੱਲਾਂ ਮਾਰਦੇ ਤੇ ਫਿਰ ਮੈਂ ਝੋਲਾ ਟੰਗ ਕੇ ਪੈਰਿਸ ਘੁੰਮਣ ਚਲੇ ਜਾਂਦੇ। ਅੱਜ ਦਾ ਦਿਨ ਸੀ ਮੋਨਾਲਿਸਾ ਦੇ ਨਾਮ। ਉਂਝ ਤਾਂ ਮੈਨੂੰ ਸਾਰੇ ਮਿਊਜ਼ੀਅਮ ਇੱਕੋ ਜਿਹੇ ਲੱਗਦੇ ਹਨ। ਕੁਝ ਬਹੁਤ ਪੁਰਾਣੀਆਂ, ਖੂਬਸੂਰਤ, ਅਜੀਬੋ-ਗਰੀਬ ਜਿਹੀਆਂ ਦੂਰ ਦੂਰ ਤੋਂ ਲਿਆਂਦੀਆਂ ਗਈਆਂ ਚੀਜ਼ਾਂ ਦਾ ਇਕੱਠ। ਇੱਕ ਵੱਡਾ ਸਾਰਾ ਹਾਲ ਤੇ ਉਸ ਵਿੱਚ ਚੱਲਦੇ ਰੁਕਦੇ ਬਹੁਤ ਸਾਰੇ ਲੋਕ। ਮੇਰੇ ਲਈ ਮਿਊਜ਼ੀਅਮ ਤਾਂ ਹੀ ਦਿਲਚਸਪ ਹੋ ਸਕਦਾ ਹੈ ਜਦੋਂ ਮੈਨੂੰ ਉਹਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਣਕਾਰੀ ਹੋਵੇ, ਨਹੀਂ ਤਾਂ ਮੈਂ ਖਿਝ ਜਾਂਦੀ ਹਾਂ। ਪਰੰਤੂ ਅੱਜ ਤੱਕ ਜਿੰਨੇ ਵੀ ਮਿਊਜ਼ੀਅਮ ਦੇਖੇ ਹਨ, ਲੂਵਰ ਉਹਨਾਂ ਸਾਰਿਆਂ ਤੋਂ ਵੱਖਰਾ ਸੀ। ਸੇਨ ਨਦੀ ਦੇ ਸੱਜੇ ਕਿਨਾਰੇ ਬਣਿਆ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ੀਅਮਾਂ 'ਚੋਂ ਇੱਕ ਸੀ ਲੂਵਰ। ਬਾਹਰੋਂ ਵੀ ਓਨਾ ਹੀ ਸੋਹਣਾ ਤੇ ਪ੍ਰਭਾਵੀ ਜਿੰਨਾ ਅੰਦਰੋਂ। ਇਹਨੂੰ ਦੇਖਣ ਤੋਂ ਬਾਅਦ ਕਿਸੇ ਹੋਰ ਮਿਊਜ਼ੀਅਮ ਨੂੰ ਸਲਾਹੁਣਾ ਥੋੜਾ ਔਖਾ ਹੋ ਜਾਂਦਾ ਹੈ। ਇੱਥੇ ਇੱਕ ਕਮਰਾ ਮਾਈਕਲ ਐਂਜਲੋ ਤੇ ਲਿਓਨਾਰਡੋ ਦਾ ਵਿੰਚੀ ਜਿਹੇ ਕਲਾਕਾਰਾਂ ਦੀ ਕਲਾ ਨਾਲ ਭਰਿਆ ਹੋਇਆ ਹੈ। ਕੱਚ ਦੀ ਖੁੱਲ੍ਹੀ ਛੱਤ 'ਤੇ ਆ ਰਹੀ ਸੂਰਜ ਦੀ ਰੌਸ਼ਨੀ ਕਾਲੇ ਤੇ ਸਫੈਦ ਪੱਥਰ ਤੋਂ ਬਣੀਆਂ ਮੂਰਤੀਆਂ ਨੂੰ ਜਿਉਂਦੇ ਬਣਾ ਦਿੰਦੀ ਹੈ। ਮੂਰਤੀਆਂ ਵੀ ਕੋਈ 1 ਤੇ 2 ਨਹੀਂ, ਸੈਂਕੜੇ ਇਕੱਠੀਆਂ ਰੱਖੀਆਂ ਹਨ। ਸਾਰਿਆਂ ਦੀ ਜਿਵੇਂ ਆਪਣੀ ਆਪਣੀ ਕਹਾਣੀ ਹੈ ਤੇ ਇੱਕ ਕਹਾਣੀ ਉਹ ਸਭ ਮਿਲ ਕੇ ਵੀ ਕਹਿ ਰਹੀਆਂ ਹਨ, ਜੋ ਹਰ ਦੇਖਣ ਵਾਲਾ ਆਪਣੇ ਆਪਣੇ ਹਿਸਾਬ ਨਾਲ ਸੁਣਦਾ ਹੈ। ਇਹ ਇੱਕ ਬੇਹੱਦ ਦਿਲ ਖਿੱਚਵਾਂ ਦ੍ਰਿਸ਼ ਹੈ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੂਵਰ 'ਚ ਰਹੀ, ਪਰ ਲੱਗਾ ਜਿਵੇਂ ਹੁਣ ਤੱਕ ਤਾਂ ਸਿਰਫ ਹਾਈ ਹੈਲੋ ਹੀ ਹੋਈ ਹੈ। ਮੈਂ ਚਾਹੁੰਦੀ ਸੀ ਦੋਸਤੀ, ਪਰੰਤੂ ਟਿਕਟ ਵੀ ਇੰਨਾ ਮਹਿੰਗਾ ਕਿ ਦੁਬਾਰਾ ਆਉਣ 'ਚ ਬਜਟ ਹੀ ਵਿਗੜ ਜਾਏ। ਰੋਜ਼ ਭਲਾ ਕਿੱਥੋਂ ਆਉਂਦੀ। ਸ਼ਾਇਦ ਉਦੋਂ ਉੱਥੋਂ ਦੇ ਲੋਕਾਂ ਦੇ ਲਈ ਲੂਵਰ ਦਾ ਇੱਕ ਸਾਲਾਨਾ ਪਾਸ ਬਣਦਾ ਹੈ, ਜਿਸ ਨਾਲ ਕਿ ਆਪਣਾ ਜਦੋਂ ਮਨ ਕਰੇ ਆ ਜਾਓ। ਵੈਸੇ ਕਲਾ ਨਾਲ ਭਰਪੂਰ ਇਸ ਸ਼ਹਿਰ 'ਚ ਕਲਾ ਦੇ ਦੀਦਾਰ ਦੇ ਲਈ ਟਿਕਟ ਉੱਤੇ ਪੈਸੇ ਖਰਚਣ ਦੀ ਜ਼ਰੂਰਤ ਹਮੇਸ਼ਾ ਨਹੀਂ ਹੈ। ਇੱਥੇ ਕਲਾ ਸਿਰਫ ਮਿਊਜ਼ੀਅਮ 'ਚ ਕੈਦ ਨਾ ਹੋ ਕੇ ਗਲੀਆਂ, ਚੁਰਸਤਿਆਂ, ਪੁਲਾਂ ਉੱਤੇ ਵੀ ਖਿੰਡੀ ਹੋਈ ਦੇਖ ਸਕਦੇ ਹਾਂ। ਸੋਹਣੇ ਚੁਰਸਤਿਆਂ ਉੱਤੇ ਪੇਂਟਿੰਗ ਬਣਾਉਂਦੇ ਚਿੱਤਰਕਾਰ, ਸਾਕਰੇ ਕਿਊਰ ਜਿਹੀਆਂ ਵੱਡੀਆਂ ਇਮਾਰਤਾਂ, ਉਹਦੇ ਬਾਹਰ ਗਾਣਾ ਗਾਉਂਦੇ, ਵਾਇਲਨ ਵਜਾਉਂਦੇ ਸੰਗੀਤਕਾਰ, ਰੂਸੋ, ਵਾਲਤੇਅਰ, ਵਿਕਟਰ ਹਿਊਗੋ ਜਿਹੇ ਨਾਵਾਂ ਦੀਆਂ ਗਲੀਆਂ, ਉਹਨਾਂ 'ਚ ਘੁੰਮਣਾ ਹੀ ਆਪਣੇ ਆਪ 'ਚ ਇੱਕ ਗਜ਼ਬ ਅਹਿਸਾਸ ਹੈ। ਉਹ ਫਿਰਦੇ ਹੋਣਗੇ ਕਿਤੇ ਇੱਥੇ ਜਿੱਥੇ ਅੱਜ ਮੈਂ ਫਿਰ ਰਹੀ ਹਾਂ।
ਸ਼ਾਇਦ ਇਸ ਜਗ੍ਹਾ ਉੱਤੇ ਉਹਨਾਂ ਦੇ ਕਦਮ ਪਏ ਹੋਣ ਜਿੱਥੇ ਮੈਂ ਹੁਣ ਖੜੀ ਹਾਂ। ਅਵਾਸਤਵਿਕ ਮਸਲਾ ਹੋ ਜਾਂਦਾ ਹੈ ਕਦੇ ਕਦੇ। ਇੰਨੀ ਕਲਾ ਹੋਵੇ ਜਿਸ ਸ਼ਹਿਰ ਵਿੱਚ, ਉੱਥੇ ਸ਼ਾਇਦ ਕੁਝ ਉਦਾਸੀ ਹੋਏਗੀ ਹੀ, ਜਾਂ ਸ਼ਾਇਦ ਇੱਕ ਤਰ੍ਹਾਂ ਦੀ ਉਦਾਸੀ ਇੱਥੇ ਸਦਾ ਤੋਂ ਹੀ ਹੈ। ਤਾਂ ਹੀ ਇੰਨੀ ਕਲਾ ਹੈ। ਭੀੜੀਆਂ ਭੀੜੀਆਂ ਛੋਟੀਆਂ ਛੋਟੀਆਂ ਗਲੀਆਂ 'ਚ ਇੱਕ ਦੂਜੇ ਦੇ ਸਾਹਮਣੇ ਭੂਰੇ ਸਲੇਟੀ ਤੇ ਮੈਲ ਖੋਰੇ ਸਫੈਦ ਰੰਗਾਂ ਦੀਆਂ ਇਮਾਰਤਾਂ, ਉਹਨਾਂ 'ਚ ਚਿਪਕੀਆਂ ਹੋਈਆਂ ਪੁਰਾਣੇ ਢੰਗ ਦੀਆਂ ਖਿੜਕੀਆਂ, ਤੇ ਜਿਸ ਖਿੜਕੀ ਦੇ ਅੰਦਰ ਦੇਖੋ ਇੱਕ ਅੱਧੀ ਪੇਂਟਿੰਗ, ਖਿਲਰੇ ਰੰਗ, ਖਾਲੀ ਗਲਾਸ, ਇੱਕ ਕਲਾਕਾਰ ਇਨਸਾਨ। ਮੈਨੂੰ ਵੁੱਡੀ ਐਲਨ ਦੀ ਫਿਲਮ ਮਿਡਨਾਈਟ ਇਨ ਪੈਰਿਸ ਦੇ ਜਲਦ ਬਾਅਦ ਰੋਮਨ ਪੋਲੰਸਕੀ ਦੀ ਫਿਲਮ ਦ ਟੈਨੈਂਟ ਦੀ ਝਲਕ ਵੀ ਦਿਖ ਰਹੀ ਸੀ ਕਿ ਸੱਚ ਵਿੱਚ ਕਲਾ ਆਦਮੀ ਨੂੰ ਹੈਰਾਨ ਕਰ ਸਕਦੀ ਹੈ, ਕਿ ਸੱਚਮੁੱਚ ਕੋਈ ਕਲਾ 'ਚ ਇੰਨਾ ਡੁੱਬ ਜਾਂਦਾ ਹੈ ਕਿ ਬੋਲਣਾ ਭੁੱਲ ਜਾਏ। ਸ਼ਾਇਦ ਕਲਾ ਮਨੁੱਖ ਨੂੰ ਭਾਸ਼ਾ ਤੋਂ ਦੂਰ ਲੈ ਕੇ ਜਾਂਦੀ ਹੈ। ਵੈਸੇ ਬੋਲਣ ਨੂੰ ਤਾਂ ਸ਼ਬਦਾਂ 'ਚ ਰੱਖਿਆ ਹੀ ਕੀ ਹੈ, ਪਰੰਤੂ ਪਿਆਰ ਨਾਲ ਬੋਲੇ ਦੋ ਬੋਲ ਕੀ ਕਿਸੇ ਮੋਨਾਲਿਸਾ ਤੋਂ ਘੱਟ ਹਨ। ਵਾਪਸ ਘਰ ਜਾਂਦੇ ਸਮੇਂ ਮੇਰੀ ਟਿਕਟ ਟਿਊਬ ਦੇ ਦਰਵਾਜ਼ੇ ਦੀ ਚੈੱਕ ਇਨ ਮਸ਼ੀਨ ਵਿੱਚ ਫਸ ਗਈ। ਰਾਤ ਦਾ ਸਮਾਂ, ਨਾ ਦਰਵਾਜ਼ਾ ਖੁੱਲੇ, ਨਾ ਟਿਕਟ ਬਾਹਰ ਨਿਕਲੇ, ਨਾ ਕੋਈ ਸਟਾਫ, ਨਾ ਪੁਲਿਸ, ਨਾ ਹੀ ਆਸੇ ਪਾਸੇ ਕੋਈ ਪਹਿਰੇਦਾਰ। ਸਟੇਸ਼ਨ ਉੱਤੇ ਲੱਗੇ ਮਾਈਕਰੋਫੋਨ ਤੇ ਆਪਣੀ ਸਮੱਸਿਆ ਰੱਖੀ ਤਾਂ ਜਾਂ ਤਾਂ ਉਹਨਾਂ ਨੂੰ ਮੇਰਾ ਐਕਸੈਂਟ ਸਮਝ ਨਹੀਂ ਆਇਆ ਜਾਂ ਮੇਰੀ ਭਾਸ਼ਾ। ਮੈਂ ਉੱਥੇ ਹੀ ਖੜੀ ਸੀ। ਥੋੜੀ ਦੇਰ ਬਾਅਦ ਕੁਝ ਕੁੜੀਆਂ ਦੀ ਟੋਲੀ ਆਈ ਤਾਂ ਮੈਂ ਉਹਨਾਂ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ। ਮੇਰੀ ਪਰੇਸ਼ਾਨੀ ਸੁਣ ਕੇ ਸਭ ਹੱਸਣ ਲੱਗੀਆਂ ਤੇ ਸਭ ਇੱਕਸਾਰ ਬੋਲੀਆਂ, "Oh, don't worry, jump over that tiny door. We do it all the time." ਉਸ ਦਿਨ ਤੋਂ ਬਾਅਦ ਮੈਂ ਵਿਦਿਆਰਥੀ ਕਿਸਮ ਦੇ ਕਾਫੀ ਨੌਜਵਾਨਾਂ ਨੂੰ ਦਰਵਾਜ਼ੇ ਟੱਪਦੇ ਵੇਖਿਆ। ਸਿਰਫ ਅੰਦਰ ਜਾਣ ਦਾ ਦਰਵਾਜ਼ਾ ਟਿਕਟ ਨਾਲ ਖੁੱਲ੍ਹਦਾ ਸੀ, ਬਾਹਰ ਨਿਕਲਣ ਵਾਲਾ ਦਰਵਾਜ਼ਾ ਸਾਰਿਆਂ ਲਈ ਖੁੱਲ੍ਹਾ ਸੀ। ਪੈਰਿਸ ਵਿੱਚ ਮੇਰਾ ਮਕਸਦ ਸੀ ਬਰਸਲਸ ਜਾਣ ਦਾ। ਹੁਣ ਉੱਥੇ ਰਹਿਣ ਦਾ ਵੀ ਕੋਈ ਬੰਦੋਬਸਤ ਕਰਨਾ ਸੀ ਤੇ ਜਾਣ ਦਾ ਇੰਤਜ਼ਾਮ ਵੀ। ਫਿਰ ਮੈਂ ਇੰਟਰਨੈਟ ਦੇ ਜ਼ਰੀਏ ਬਰਸਲਸ ਵਿੱਚ ਰਹਿ ਰਹੇ ਅਜਿਹੇ ਲੋਕਾਂ ਨੂੰ ਲੱਭਿਆ ਜਿਹੜੇ ਘੁੰਮਦੇ ਫਿਰਦੇ ਲੋਕਾਂ ਨੂੰ ਆਪਣੇ ਘਰ ਦਾ ਇੱਕ ਖੂੰਜਾ ਦੇਣ ਲਈ ਤਿਆਰ ਸਨ। ਇੱਕ ਖੂੰਜਾ ਹੀ ਤਾਂ ਚਾਹੀਦਾ ਹੁੰਦਾ ਬਸ। ਅਜਿਹਾ ਕਰਨ ਲਈ ਕਾਊਚ ਸਫਰਿੰਗ ਨਾਮ ਦੀ ਇੱਕ ਵੈਬਸਾਈਟ ਹੈ ਜਿੱਥੇ ਲੋਕ ਆਪਣੇ ਘਰ 'ਚ ਖਾਲੀ ਕਾਊਚ ਘੁਮੱਕੜਾਂ ਨੂੰ ਦਿੰਦੇ ਹਨ, ਇੱਕਦਮ ਮੁਫਤ। ਉੱਥੇ ਬਸ ਫੇਸਬੁੱਕ ਦੀ ਤਰ੍ਹਾਂ ਆਪਣਾ ਅਕਾਊਂਟ ਬਣਾਉਣਾ ਹੁੰਦਾ ਹੈ। ਫਿਰ ਜਿਹੜੇ ਸ਼ਹਿਰ 'ਚ ਜਾ ਰਹੇ ਹੋ ਉੱਥੋਂ ਦੇ ਲੋਕਾਂ ਨੂੰ ਲਿਖ ਦੇਣਾ ਹੁੰਦਾ ਹੈ। ਜੇਕਰ ਕੋਈ ਤੁਹਾਡੀ ਪੇਸ਼ਕਸ਼ ਸਵੀਕਾਰ ਕਰ ਲੈਂਦਾ ਹੈ ਤਾਂ ਉੱਥੇ ਟਿਕਾਣਾ ਸੈੱਟ। ਦੁਪਹਿਰ ਵਿੱਚ ਮੇਰੀ ਇੱਕ ਫੇਸਬੁੱਕ ਸਹੇਲੀ ਜੂਹੀ ਦਾ ਬੜੇ ਹੱਕ ਵਾਲੇ ਲਹਿਜੇ 'ਚ ਸੁਨੇਹਾ ਆਇਆ, "ਤੇਰੀ ਪੋਸਟ ਤੋਂ ਪਤਾ ਚੱਲਿਆ ਕਿ ਤੂੰ ਪੈਰਿਸ ਵਿੱਚ ਹੈ। ਤੂੰ ਅੱਜ ਸ਼ਾਮ ਹਰ ਹਾਲਤ 'ਚ ਮੇਰੇ ਘਰ ਆਉਣਾ ਹੈ। ਅੱਜ ਸੰਯੋਗ ਨਾਲ ਮੇਰੇ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਹੈ। ਮੈਂ ਆਪਣਾ ਪਤਾ ਭੇਜ ਰਹੀ ਹਾਂ, ਤੇਰੀ ਉਡੀਕ ਕਰਾਂਗੀ।" ਜੂਹੀ ਨੂੰ ਕਦੀ ਮੈਂ ਮਿਲੀ ਨਹੀਂ ਸੀ, ਬਸ ਜਾਣਦੀ ਸੀ ਕਿ ਉਹ ਫਰਾਂਸ 'ਚ ਰਹਿੰਦੀ ਹੈ, ਪੈਰਿਸ 'ਚ ਰਹਿੰਦੀ ਹੈ। ਇਹ ਉਹਦੇ ਸੁਨੇਹੇ ਤੋਂ ਪਤਾ ਲੱਗਿਆ। ਮਨ 'ਚ ਇੱਕ ਇਹ ਗੱਲ ਵੀ ਆਈ ਕਿ ਜੇ ਪਹਿਲਾਂ ਪਤਾ ਹੁੰਦਾ ਤਾਂ ਪਹਿਲਾਂ ਉੱਥੇ ਹੀ ਆ ਜਾਂਦੀ, ਪਰ ਫਿਰ ਬਾਕੀ ਸਭਨਾਂ ਨੂੰ ਕਿੰਜ ਮਿਲਦੀ। ਖੈਰ ਜੋ ਵੀ ਹੈ ਹੁਣ ਤਾਂ ਮਿਲ ਹੀ ਲੈਂਦੀ ਹਾਂ। ਮੈਂ ਕਿਹੜਾ ਬਰਸਲਸ ਜਾ ਕੇ ਕੋਈ ਕਾਨਫਰੰਸ 'ਚ ਹਾਜ਼ਰੀ ਲਵਾਉਣੀ ਸੀ। ਹੋਟਲ ਜਾਂ ਰੇਲ ਦੀ ਬੁਕਿੰਗ ਹੈ ਹੀ ਨਹੀਂ ਸੀ ਤਾਂ ਇੱਕ ਦਿਨ ਹੋਰ ਪੈਰਿਸ ਰੁਕ ਗਈ। ਇਸ ਤਰ੍ਹਾਂ ਵੀ ਬੜਾ ਮਜ਼ਾ ਹੁੰਦਾ ਹੈ, ਇਕੱਲੇ ਘੁੰਮਣ ਦਾ ਤੇ ਬਿਨਾਂ ਕਿਸੇ ਪ੍ਰਕਾਰ ਦੀ ਬੁਕਿੰਗ ਦੇ ਘੁੰਮਣ ਦਾ, ਕਿ ਜਿੰਨੇ ਦਿਨ ਜੀ ਕਰੇ ਜਿੱਥੇ ਜੀ ਕਰੇ ਰਹੇ, ਨਹੀਂ ਜੀ ਲੱਗਿਆ ਤਾਂ ਚੱਲ ਪਾਓ, ਬਿਨਾਂ ਕਿਸੇ ਨੂੰ ਮਨਾਏ ਜਾਂ ਰੁਸਾਏ। ਘੁੰਮਣ ਦਾ ਅੱਧਾ ਮਜ਼ਾ ਤਾਂ ਕਈ ਵਾਰ ਦੂਜਿਆਂ ਦੀ ਪਰਵਾਹ ਕਰਨ 'ਚ ਨਿਕਲ ਜਾਂਦਾ ਹੈ। ਜੂਹੀ ਨਾਲ ਜੋ ਵੀ ਗੱਲਬਾਤ ਸੀ ਫੇਸਬੁੱਕ ਤੇ ਸਧਾਰਨ ਹੀ ਸੀ। ਮੈਂ ਸੁਮਨ ਨੂੰ ਮੈਸੇਜ ਕਰ ਦਿੱਤਾ ਕਿ ਰਾਤੀ ਮੈਨੂੰ ਸ਼ਾਇਦ ਦੇਰ ਹੋ ਜਾਏ। ਸ਼ਾਮ ਨੂੰ ਘੁੰਮਦੀ ਫਿਰਦੀ ਪਹੁੰਚ ਗਈ ਜੂਹੀ ਦੇ ਘਰ। ਉਹਨਾਂ ਦੀ ਪਾਰਟੀ 'ਚ ਭਾਰਤੀ ਲੋਕਾਂ ਦਾ ਮਿਲਣਾ ਬਹੁਤ ਖਾਸ ਸੀ। ਜੂਹੀ ਮੈਨੂੰ ਇਸ ਤਰ੍ਹਾਂ ਮਿਲੀ ਜਿਵੇਂ ਕਿ ਅਸੀਂ ਵਰ੍ਹਿਆਂ ਤੋਂ ਜਾਣਦੇ ਹੋਈਏ। ਉਸਨੇ ਮੈਨੂੰ ਆਪਣੇ ਪਤੀ ਹਰਿੰਦਰ ਨਾਲ ਮਿਲਾਇਆ। ਉਹਦੇ ਗੋਲ ਮਟੋਲ ਤੇ ਬਹੁਤ ਹੀ ਪਿਆਰੇ ਬੱਚੇ ਨਾਲ ਮਿਲ ਕੇ ਹੋਰ ਵੀ ਖੁਸ਼ੀ ਹੋਈ। ਫਿਰ ਅਸੀਂ ਰਸੋਈ ਤੇ ਧਾਵਾ ਬੋਲ ਦਿੱਤਾ। ਉੱਥੇ ਜਾ ਕੇ ਮੈਂ ਕੀ ਵੇਖਦੀ ਹਾਂ ਕਿ ਜੂਹੀ ਨੇ ਪੂਰਾ ਦਿਨ ਲਗਾ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਰੱਖੇ ਸਨ। ਮੈਂ ਸੋਚ ਰਹੀ ਸੀ ਕਿ ਇੰਨੀ ਪ੍ਰਾਹੁਣਾਚਾਰੀ ਅੱਜ ਕੱਲ੍ਹ ਭਾਰਤ 'ਚ ਵੀ ਨਹੀਂ ਹੁੰਦੀ। ਉਹਨਾਂ ਨੇ ਸਟਾਰਟਰਸ ਵਿੱਚ 2 ਤਰ੍ਹਾਂ ਦੀ ਚਾਟ ਤੇ ਪਨੀਰ ਦੇ ਪਕੌੜਿਆਂ ਦੀ ਤਿਆਰੀ ਕੀਤੀ ਸੀ। ਖਾਣੇ 'ਚ ਪੁਲਾਵ, ਛੋਲੇ, ਆਲੂ ਗੋਭੀ ਦੀ ਰਸਾਦਾਰ ਸਬਜ਼ੀ, ਰਾਇਤਾ ਤੇ ਸਲਾਦ। ਮਿੱਠੇ ਪਕਵਾਨਾਂ 'ਚ ਬੜੀ ਸਵਾਦ ਖੀਰ। ਮਹਿਮਾਨਾਂ ਦੇ ਆਉਣ ਤੋਂ ਬਾਅਦ
ਗਰਮ ਗਰਮ ਪੂੜੀਆਂ ਵੀ ਤਲੀਆਂ ਜਾਣੀਆਂ ਸਨ। ਸਾਰੇ ਆ ਗਏ ਤਾਂ ਸਭ ਤੋਂ ਪਹਿਲਾਂ ਚਾਹ ਬਣਾਈ, ਫਿਰ ਡਰਿੰਕਸ ਦਾ ਦੌਰ ਸ਼ੁਰੂ ਹੋਇਆ। ਇੱਕ ਦੋ ਮਹਿਮਾਨ ਔਰਤਾਂ ਨੇ ਰਸੋਈ 'ਚ ਆ ਕੇ ਮਦਦ ਕਰਨ ਲਈ ਪੁੱਛਿਆ। ਮੈਂ ਪੂੜੀਆਂ ਵੇਲਣ ਦਾ ਕੰਮ ਕਰ ਰਹੀ ਸੀ। ਬਾਹਰ ਆਦਮੀਆਂ ਨੇ ਕੇਜਰੀਵਾਲ ਤੇ ਮੋਦੀ ਦੇ ਝੰਡੇ ਚੁੱਕ ਰੱਖੇ ਸੀ। ਵਿੱਚ ਔਰਤਾਂ ਵੀ ਰਸੋਈ ਤੇ ਡਰਾਇੰਗ ਰੂਮ ਦੇ ਚੱਕਰ ਲਗਾਉਂਦੇ ਹੋਏ ਆਪਣੇ ਆਪਣੇ ਵਿਚਾਰ ਰੱਖ ਰਹੀਆਂ ਸਨ। ਮਹਿਮਾਨਾਂ ਦੇ ਖਾਣੇ 'ਚ ਦੇਰ ਨਾ ਹੋ ਜਾਏ, ਇਸੇ ਚਿੰਤਾ 'ਚ ਹਰਿੰਦਰ ਰਸੋਈ ਦੇ ਚੱਕਰ ਲਗਾਉਂਦਾ ਤੇ ਜਲਦੀ ਕਰਨ ਲਈ ਕਹਿੰਦਾ। ਇੱਧਰ ਜੂਹੀ ਦੀ ਇਹ ਕੋਸ਼ਿਸ਼ ਸੀ ਕਿ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਲਵੇ। ਹੌਲੀ ਆਵਾਜ਼ 'ਚ ਉਹ ਗੱਲਾਂ ਵੀ ਕਰ ਰਹੀ ਸੀ ਤੇ ਪੂੜੀਆਂ ਵੀ ਤਲ ਰਹੀ ਸੀ। ਕਿਸੇ ਦੇ ਆਉਣ ਦੀ ਭਿਣਕ ਮਹਿਸੂਸ ਕਰਨ ਹੋਣ ਤੇ ਗੱਲ ਬਦਲਣੀ ਵੀ ਨਹੀਂ ਭੁੱਲਦੀ ਸੀ। ਮਰਦਾਂ ਨੂੰ ਖਾਣੇ ਦੇ ਸਮੇਂ ਨੂੰ ਲੈ ਕੇ ਜ਼ਿਆਦਾ ਫਿਕਰ ਨਹੀਂ ਪੈ ਰਿਹਾ ਸੀ, ਪਰ ਔਰਤਾਂ ਚਾਹੁੰਦੀਆਂ ਸਨ ਕਿ ਸਭ ਕੰਮ ਸਮੇਂ ਸਿਰ ਹੋ ਜਾਏ। ਇਸ ਸਮੇਂ ਮੈਨੂੰ ਨਹੀਂ ਰਿਹਾ ਸੀ ਕਿ ਫਰਾਂਸ ਵਿੱਚ ਹਾਂ। ਮੇਰਾ ਮਨ ਜੂਹੀ ਦੀਆਂ ਗੱਲਾਂ 'ਚ ਉਲਝਦਾ ਜਾ ਰਿਹਾ ਸੀ। ਰਸੋਈ ਤੋਂ ਬਾਅਦ ਮੈਂ ਬੱਚਿਆਂ ਦੀ ਦੇਖਭਾਲ ਦੀ ਡਿਊਟੀ ਲੈ ਲਈ ਤੇ ਅਸੀਂ ਸਾਰੇ ਇੱਕ ਫਰਾਂਸੀਸੀ ਪਰੀਆਂ ਵਾਲੀ ਫਿਲਮ ਦੇਖਣ ਲੱਗੇ। ਹੁਣ ਜਾ ਕੇ ਕਿਤੇ ਫਰਾਂਸ ਦੀ ਫੀਲਿੰਗ ਆਈ। ਮੇਰਾ ਮਨ ਉਦੋਂ ਤੱਕ ਜੂਹੀ ਦੀ ਜ਼ਿੰਦਗੀ ਦੀਆਂ ਉਲਝਣਾਂ 'ਚ ਉਲਝ ਚੁੱਕਿਆ ਸੀ। ਜੂਹੀ ਨੇ ਜ਼ਿੱਦ ਕੀਤੀ ਕਿ ਮੈਂ ਰਾਤ ਨੂੰ ਸਕੂਲ ਰੁਕ ਜਾਵਾਂ। ਕੱਲ ਨੂੰ ਹਰਿੰਦਰ ਵੈਸੇ ਵੀ ਲੀਲ ਜਾ ਰਿਹਾ ਹੈ। ਬਰਸਲਸ ਲੀਲ ਤੋਂ ਜ਼ਿਆਦਾ ਦੂਰ ਨਹੀਂ, ਤਾਂ ਮੈਨੂੰ ਉੱਥੋਂ ਤੱਕ ਛੱਡ ਦੇਵੇਗਾ। ਮੈਂ ਸੁਮਨ ਦੀ ਨਾਰਾਜ਼ਗੀ ਨੂੰ ਸਹਿੰਦੇ ਹੋਏ ਵੀ ਜੂਹੀ ਦੀ ਗੱਲ ਮੰਨ ਲਈ। ਖਬਰੇ ਮੈਨੂੰ ਕਿਉਂ ਲੱਗ ਰਿਹਾ ਸੀ ਕਿ ਜੂਹੀ ਨੂੰ ਅੱਜ ਮੇਰੀ ਜ਼ਰੂਰਤ ਹੈ ਤੇ ਮੈਂ ਉਹਦੀ ਕੋਈ ਮਦਦ ਕਰ ਸਕਾਂ ਜਾਂ ਨਹੀਂ, ਪਰ ਮੈਨੂੰ ਉਹਦੀਆਂ ਗੱਲਾਂ ਨੂੰ ਸੁਣਨਾ ਤਾਂ ਜ਼ਰੂਰ ਚਾਹੀਦਾ ਹੈ। ਇੱਥੇ ਮੈਂ ਸਭ ਕੁਝ ਖੁੱਲ੍ਹ ਕੇ ਕਹਿ ਵੀ ਸਕਾਂਗੀ ਕਿ ਨਹੀਂ, ਮੈਨੂੰ ਨਹੀਂ ਪਤਾ, ਪਰ ਰਾਤ ਉਹਦੀਆਂ ਗੱਲਾਂ ਨੇ ਮੈਨੂੰ ਅੰਦਰ ਤੋਂ ਥੋੜ੍ਹਾ ਜਿਹਾ ਹਿਲਾ ਕੇ ਰੱਖ ਦਿੱਤਾ। ਜੀਵਨ ਇੰਨਾ ਸੁਖਾਲਾ ਤਾਂ ਨਹੀਂ, ਪਰ ਇੰਨਾ ਕਠੋਰ, ਇੰਨਾ ਇਮਤਿਹਾਨੀ। ਪੈਰਿਸ ਵਿੱਚ ਜਿਹਦਾ ਘਰ ਹੋਵੇ, ਫੁੱਲ ਜਿਹਾ ਇੱਕ ਬੱਚਾ ਹੋਵੇ, ਪਤੀ ਦੀ ਚੰਗੀ ਨੌਕਰੀ ਹੋਵੇ, ਵਧੀਆ ਸਿਹਤ ਹੋਵੇ, ਘਰ 'ਚ ਮਹਿਮਾਨਾਂ ਦਾ ਆਉਣਾ ਜਾਣਾ ਰਹਿੰਦਾ ਹੋਵੇ, ਕਪਲ ਪਾਰਟੀ ਹੋ ਰਹੀ ਹੋਵੇ, ਜਨਮ ਦਿਨ ਤੇ ਸਾਲਗਿਰਾ ਦੀ ਧੂਮ ਮੱਚੀ ਰਹਿੰਦੀ ਹੋਵੇ, ਇਹ ਸਭ ਹੁੰਦੇ ਹੋਏ ਤਲਾਕ ਦੇ ਕਾਗਜ਼ਾਂ ਤੇ ਦਸਖਤ ਵੀ ਕਰ ਰੱਖੇ ਹੋਣ। ਜੂਹੀ ਦੇ ਇਸ ਖੁਲਾਸੇ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਜੂਹੀ ਵਿਆਹ ਤੋਂ ਬਾਅਦ ਫਰਾਂਸ ਆ ਗਈ ਸੀ, ਪਰੰਤੂ ਹਾਲੇ ਤੱਕ ਵੀ ਫ੍ਰੈਂਚ ਨਹੀਂ ਬੋਲ ਸਕਦੀ ਸੀ, ਜਦੋਂ ਕਿ ਹਰਿੰਦਰ ਖੂਬ ਫਰਾਟੇਦਾਰ ਫ੍ਰੈਂਚ ਬੋਲਦਾ ਸੀ। ਫਰਾਂਸ ਵਿੱਚ ਬਿਨਾਂ ਫ੍ਰੈਂਚ ਬੋਲੇ ਰਹਿਣਾ ਦਿੱਲੀ 'ਚ ਬਿਨਾਂ ਹਿੰਦੀ ਦੇ ਰਹਿਣ ਜਿਹਾ ਸੀ। ਕੰਮ ਤਾਂ ਚੱਲ ਜਾਂਦਾ ਹੈ, ਪਰੰਤੂ ਨਾ ਤਾਂ ਆਪਣਾਪਣ ਮਿਲੇਗਾ, ਨਾ ਹੀ ਲੋਕਲ ਕਲਚਰ ਵਿੱਚ ਪ੍ਰਵੇਸ਼। ਜੂਹੀ ਨੇ ਦੱਸਿਆ ਕਿ ਬੱਚੇ ਦੇ ਨਾਲ ਸਾਰਾ ਸਮਾਂ ਲੰਘ ਜਾਂਦਾ ਹੈ ਤੇ ਦੋਸਤ ਵੀ ਜ਼ਿਆਦਾਤਰ ਭਾਰਤੀ ਹਨ ਤਾਂ ਕੰਮ ਚੱਲ ਜਾਂਦਾ ਹੈ, ਪਰ ਜਦੋਂ ਛੋਟਾ ਬੱਚਾ ਸਕੂਲ ਜਾਣ ਲੱਗੇਗਾ ਤੇ ਉਹਦੇ ਸਾਰੇ ਦੋਸਤ ਫ੍ਰੈਂਚ ਬੋਲਣਗੇ ਤਾਂ ਤੂੰ ਬਿਲਕੁਲ ਹੀ ਟੁੱਟ ਜਾਏਂਗੀ। ਮੈਂ ਪੁੱਛਿਆ। ਹਾਂ, ਪਰ ਹਰਿੰਦਰ ਨੂੰ ਪਸੰਦ ਨਹੀਂ ਕਿ ਮੈਂ ਬਾਹਰ ਜਾ ਕੇ ਫ੍ਰੈਂਚ ਸਿੱਖਾਂ। ਉਹਨੂੰ ਲੱਗਦਾ ਹੈ ਕਿ ਮੈਨੂੰ ਵੀਡੀਓ ਤੇ ਕਿਤਾਬਾਂ ਦੀ ਮਦਦ ਨਾਲ ਫ੍ਰੈਂਚ ਸਿੱਖਣੀ ਚਾਹੀਦੀ ਹੈ। ਮੈਂ ਕਾਫੀ ਕੋਸ਼ਿਸ਼ ਕੀਤੀ, ਪਰ ਮੁਸ਼ਕਿਲ ਲੱਗਦੀ ਹੈ। ਬੇਸ਼ੱਕ ਲੱਗਦੀ ਹੈ, ਭਾਸ਼ਾ ਇਸ ਤਰ੍ਹਾਂ ਥੋੜ੍ਹੀ ਸਿੱਖੀ ਜਾਂਦੀ ਹੈ। ਤੂੰ ਤਾਂ ਫਰਾਂਸ ਵਿੱਚ ਹੈ, ਇਹ ਤੋਂ ਚੰਗਾ ਮੌਕਾ ਹੋਰ ਕਿੱਥੇ ਮਿਲੇਗਾ। ਪਰ ਉਹਨੂੰ ਲੱਗਦਾ ਹੈ ਕਿ ਫ੍ਰੈਂਚ ਮੁੰਡੇ ਬਹੁਤ ਫਲਰਟ ਕਿਸਮ ਦੇ ਹੁੰਦੇ ਹਨ। ਫਿਰ ਇਸ ਨਾਲ ਕੀ ਹੋਏਗਾ? ਮਤਲਬ ਮੈਂ ਫਸ ਜਾਵਾਂਗੀ। ਤੇ ਉਹਨੂੰ ਲੱਗਦਾ ਹੈ ਕਿ ਮੈਂ ਮੁੰਡਿਆਂ ਨੂੰ ਜਲਦੀ ਆਕਰਸ਼ਿਤ ਕਰ ਲੈਂਦੀ ਹਾਂ। ਉਹ ਅਜਿਹੀ ਗੱਲ ਕਰਦਾ ਹੋਏਗਾ, ਯਕੀਨ ਨਹੀਂ ਹੁੰਦਾ। ਉਹਦੀਆਂ ਤਾਂ ਖੁਦ ਦੀਆਂ ਕਿੰਨੀਆਂ ਦੋਸਤ ਆਈਆਂ ਹੋਈਆਂ ਤੇ ਉਹਨੇ ਵੀ ਇੱਥੇ ਹੀ ਫ੍ਰੈਂਚ ਸਿੱਖੀ ਹੈ। ਮੈਂ ਹੈਰਾਨ ਸੀ। ਇੱਕ ਬਹੁਤ ਕੇਅਰਿੰਗ ਬਾਪ ਦੇ ਪਿੱਛੇ ਮੈਨੂੰ ਕਿਤੇ ਇੱਕ ਸਖਤ ਪਤੀ ਦਿਖਾਈ ਦੇਣ ਲੱਗ ਪਿਆ। ਵੈਸੇ ਤਾਂ ਬਹੁਤ ਨੇਕ ਦਿਲ ਸੀ, ਪਰ ਉਹਦੇ ਅੰਦਰ ਇੱਕ ਗੁਸੈਲ ਮਰਦ ਵੀ ਸੀ। ਉਹ ਗੱਲ ਤੇ ਜੂਹੀ ਨੂੰ ਝਿੜਕ ਦਿੰਦਾ ਸੀ। ਅਜੇ ਤੱਕ ਪੂਰਾ ਦਿਨ ਘਰ 'ਚ ਹੀ ਤਾਂ ਸੀ, ਇੰਨਾ ਕੰਮ ਵੀ ਨਹੀਂ ਹੋਇਆ ਹਾਲੇ ਤੱਕ। ਡਿਸ਼ ਵਾਸ਼ਰ ਯੂਜ਼ ਕਰਨਾ ਨਹੀਂ ਆਉਂਦਾ ਤੈਨੂੰ, ਇੰਨੀ ਦੇਰ ਬਾਜ਼ਾਰ 'ਚ ਘੁੰਮਦੀ ਰਹਿੰਦੀ ਹੈ ਆਦਿ। ਮੇਰੇ ਸਾਹਮਣੇ ਹੀ ਮਹਿਮਾਨਾਂ ਦੇ ਜਾਣ ਤੋਂ ਬਾਅਦ ਉਹਨੂੰ ਨੀਵਾਂ ਦਿਖਾਉਣ ਤੋਂ ਨਾ ਟਲਿਆ ਕਿ ਇਹਨੂੰ ਤਾਂ ਫ੍ਰੈਂਚ ਨਹੀਂ ਆਉਂਦੀ, ਫਲਾਣੀ ਚੀਜ਼ ਨਹੀਂ ਆਉਂਦੀ, ਢਿਮਕੀ ਚੀਜ਼ ਨਹੀਂ ਆਉਂਦੀ। ਸੋਫੇ ਉੱਤੇ ਲੇਟੇ ਆਰਡਰ ਦਿੰਦੇ ਰਹਿਣਾ ਆਮ ਗੱਲ ਮਹਿਸੂਸ ਹੋਈ। ਇੱਕ ਪਾਸੇ ਬੱਚੇ ਨੂੰ, ਦੂਜੇ ਪਾਸੇ ਘਰ ਦੇ ਕੰਮ ਨੂੰ ਸੰਭਾਲਣਾ ਤੇ ਨਾਲ ਤਾਨੇ ਮਿਹਣੇ ਝੱਲਣਾ ਮੈਨੂੰ ਇਹ ਸਭ ਸੋਚਣ ਲਈ ਮਜਬੂਰ ਕਰ ਰਿਹਾ ਸੀ ਕਿ ਇੰਨਾ ਪੜ੍ਹ ਲਿਖ ਕੇ ਪੈਰਿਸ ਦੇ ਇਸ ਖੁੱਲ੍ਹੇ ਸਮਾਜ ਦੇ ਵਿੱਚ ਰਹਿ ਕੇ ਵੀ ਸੋਚ ਜਿਉਂ ਦੀ ਤਿਉਂ ਹੈ। ਬਲਕਿ ਸ਼ਾਇਦ ਜ਼ਿਆਦਾ ਹੀ ਕੱਟੜ ਦੁਨੀਆ ਨੂੰ ਲੱਗਦਾ ਹੈ ਕਿ ਕਿੰਨੀ ਕਿਸਮਤ ਵਾਲੀ ਹੈ ਜੂਹੀ। ਵਿਦੇਸ਼ 'ਚ ਘਰ ਹੈ, ਛੁੱਟੀਆਂ 'ਚ ਯੂਰਪ ਘੁੰਮਦੀ ਹੈ, ਆਈਫਿਲ ਟਾਵਰ ਤੇ ਸਾਲਗਿਰਾ ਮਨਾਉਂਦੀ ਹੈ ਤੇ ਪੈਰਿਸ ਵਿੱਚ ਸ਼ਾਪਿੰਗ ਕਰਦੀ ਹੈ। ਪਰ ਅੰਦਰ ਕੀ ਸੀ? ਅਗਲੇ ਦਿਨ ਇੱਕਦਮ ਸਵੇਰੇ ਮੈਂ ਸੁਮਨ ਦੇ ਘਰ ਆ ਗਈ।
ਕੁਛ ਹੀ ਦੇਰ ਬਾਅਦ ਹਰਿੰਦਰ ਦੇ ਨਾਲ ਲੀਲ ਦੇ ਲਈ ਨਿਕਲਣਾ ਸੀ। ਉਹਦੇ ਨਾਲ ਜਾਣ ਦਾ ਮੇਰਾ ਖਾਸ ਮਨ ਨਹੀਂ ਸੀ, ਪਰ ਸਿੱਕੇ ਦਾ ਉਹਦੇ ਵਾਲਾ ਪਹਿਲੂ ਜਾਣਨ ਦੀ ਚਾਹਤ ਵੀ ਸੀ। ਮੈਂ ਜਾਣਨਾ ਚਾਹੁੰਦੀ ਸੀ ਕਿ ਉਹਨੂੰ ਪਤਾ ਵੀ ਹੈ ਕਿ ਉਹ ਕੀ ਕਰ ਰਿਹਾ ਹੈ, ਜਾਂ ਉਹ ਕਿਸੇ ਖੁਮਾਰ ਵਿੱਚ ਜੀ ਰਿਹਾ ਹੈ। ਕੀ ਚੱਲਦਾ ਹੈ ਐਸੇ ਮਰਦ ਦੇ ਦਿਮਾਗ ਵਿੱਚ? ਮੇਰੀ ਕੋਸ਼ਿਸ਼ ਇਹ ਸਮਝਣ ਦੀ ਸੀ। ਮੈਨੂੰ ਜ਼ਿਆਦਾ ਕੋਸ਼ਿਸ਼ ਨਹੀਂ ਕਰਨੀ ਪਈ ਤੇ ਉਹ ਖੁੱਲ੍ਹ ਗਿਆ, ਜਿਵੇਂ ਭਰਿਆ ਬੈਠਾ ਹੋਵੇ। ਹਰਿੰਦਰ ਮੈਥੋਂ ਓਪਨ ਮੈਰਿਜ ਦੇ ਬਾਰੇ 'ਚ ਸਲਾਹ ਲੈਣ ਜਾ ਰਿਹਾ ਸੀ। ਸ਼ਾਇਦ ਉਹਨੂੰ ਲੱਗਿਆ ਕਿ ਮੈਂ ਇਕੱਲੀ ਘੁੰਮਦੀ ਕੁੜੀ ਕਾਫੀ ਓਪਨ ਹੋਵਾਂਗੀ। ਉਹਨੇ ਮੈਨੂੰ ਦੱਸਿਆ ਕਿ ਉਹ ਫ੍ਰੀ ਰਹਿਣਾ ਚਾਹੁੰਦਾ ਹੈ ਤੇ ਆਪਣੀ ਜ਼ਿੰਮੇਵਾਰੀ ਵੀ ਨਿਭਾਉਣਾ ਚਾਹੁੰਦਾ ਹੈ। ਉਹ ਤਲਾਕ ਦੇ ਪੇਪਰ ਤੇ ਦਸਖਤ ਕਰ ਚੁੱਕਿਆ ਤੇ ਬਸ ਬਾਹਰੀ ਦਿਖਾਵੇ ਲਈ ਨਾਲ ਰਹਿਣਾ ਚਾਹੁੰਦਾ ਹੈ ਕਿ ਵਿਆਹ ਵੀ ਬਣਿਆ ਰਹੇ ਤੇ ਉਹ ਫ੍ਰੀ ਵੀ ਰਹੇ। ਤੂੰ ਇਕੱਲੀ ਘੁੰਮਦੀ ਹੈ ਅਨੂ? ਮੈਨੂੰ ਲੱਗਿਆ ਤੂੰ ਸਮਝ ਸਕਦੀ ਹੈ। ਮੇਰੇ ਹੈਰਾਨ ਹੋਣ ਤੇ ਉਹਨੇ ਹੈਰਾਨੀ ਪ੍ਰਗਟ ਕੀਤੀ ਕਿ ਕੀ ਸੱਚੀ ਮੈਨੂੰ ਸਮਝ ਜਾਣਾ ਚਾਹੀਦਾ ਸੀ? ਤਾਂ ਮੈਨੂੰ ਸਮਝ ਆ ਕਿਉਂ ਨਹੀਂ ਰਿਹਾ ਸੀ? ਵਿਆਹ ਤੋਂ ਬਾਅਦ ਉਹਦੇ ਕਾਫੀ ਸਬੰਧ ਰਹਿ ਚੁੱਕੇ ਹਨ। ਜਦੋਂ ਮੈਂ ਪੁੱਛਿਆ ਕਿ ਜੂਹੀ ਦੇ ਵੀ ਸਬੰਧ ਹਨ, ਤਾਂ ਉਹਨੇ ਕਿਹਾ ਉਹਨੂੰ ਸ਼ੱਕ ਹੈ। ਸੁਭਾਵਿਕ ਹੈ ਕਿ ਸ਼ੱਕ ਤਾਂ ਹੋਏਗਾ ਹੀ। ਜਿਸ ਨੂੰ ਇੱਥੋਂ ਦੇ ਮੁੰਡੇ ਫਲਰਟੀ ਲੱਗਦੇ ਹਨ ਤੇ ਪਤਨੀ ਉਹਨਾਂ ਨੂੰ ਆਕਰਸ਼ਿਤ ਕਰਨ ਵਾਲੀ ਚੁੰਬਕ, ਉਹਨੂੰ ਸ਼ੱਕ ਕਿਉਂ ਨਹੀਂ ਹੋਏਗਾ? ਜੇਕਰ ਸ਼ੱਕ ਨਹੀਂ ਕਰਦਾ ਤਾਂ ਆਪਣੇ ਸਬੰਧ ਜਸਟੀਫਾਈ ਕਿਵੇਂ ਸਿੱਧ ਕਰਦਾ? ਮੈਂ ਸੋਚਿਆ ਕਿਤੇ ਮੈਂ ਜ਼ਿਆਦਾ ਜੱਜਮੈਂਟਲ ਤਾਂ ਨਹੀਂ ਹੋ ਰਹੀ। ਹਰਿੰਦਰ ਨੇ ਅੱਗੇ ਦੱਸਿਆ ਕਿ ਉਹਦੀ ਇੱਕ ਫ੍ਰੈਂਚ ਗਰਲਫ੍ਰੈਂਡ ਜੂਹੀ ਨਾਲ ਲੜਨ ਆ ਗਈ ਸੀ। ਉਸ ਸਮੇਂ ਉਹਦਾ ਬੇਟਾ ਹਾਲੇ ਸਾਲ ਭਰ ਦਾ ਵੀ ਨਹੀਂ ਹੋਇਆ ਸੀ। ਸੱਚ ਦੱਸਾਂ ਤਾਂ ਮੈਂ ਅੱਗੇ ਦੀ ਕਹਾਣੀ ਸੁਣ ਨਹੀਂ ਸਕੀ। ਮੇਰਾ ਦਿਲ ਤੇ ਦਿਮਾਗ ਦੋਵੇਂ ਸੁੰਨ ਹੋ ਗਏ ਸਨ। ਮੈਂ ਇੰਨੀ ਵੀ ਓਪਨ ਨਹੀਂ ਸੀ ਹੋਈ। ਉਹ ਮੇਰੀ ਦੋਸਤ ਹੈ ਤੇ ਇਹ ਇੱਕ ਸਲਾਹ ਮੰਗਦਾ ਹੈ। ਮੇਰੀ ਮਦਦ ਦੇ ਲਈ ਘਰ ਤੋਂ ਆਪਣੀ ਗੱਡੀ ਲੈ ਕੇ ਨਿਕਲਿਆ ਇੱਕ ਮਰਦ। ਮੈਨੂੰ ਕੀ ਕਹਿਣਾ ਚਾਹੀਦਾ ਸੀ ਮੈਂ ਸਮਝ ਨਹੀਂ ਪਾ ਰਹੀ ਸੀ। ਸੱਚ ਜਾਣਿਓ, ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਸਭ ਕੁਝ ਸਮਝਣ ਤੇ ਕੋਈ ਸਹੀ ਸਲਾਹ ਦੇ ਸਕਣ ਦੀ। ਐਵੇਂ ਨਹੀਂ ਕਿ ਮੈਨੂੰ ਤਲਾਕ ਗਲਤ ਲੱਗਦਾ ਹੈ, ਬਲਕਿ ਮੈਂ ਤਾਂ ਉਹਦੀ ਵੱਡੀ ਸਮਰਥਕ ਹਾਂ। ਜਦੋਂ ਕਿਸੇ ਦੀ ਬਣਦੀ ਨਹੀਂ ਤਾਂ ਉਹ ਨਾਲ ਕਿਉਂ ਰਹਿਣ, ਬੋਝ ਕਿਉਂ ਢੋਣ? ਜ਼ਿੰਦਗੀ ਬਹੁਤ ਛੋਟੀ ਹੈ, ਜ਼ਬਰਦਸਤੀ ਦੁੱਖ 'ਚ ਕੱਟਣ ਦੇ ਲਈ ਤਾਂ ਨਹੀਂ। ਅਜਿਹਾ ਵੀ ਨਹੀਂ ਕਿ ਉਹਦੇ ਵਿਆਹ ਤੋਂ ਬਾਹਰੀ ਸਬੰਧ ਮੈਨੂੰ ਤੰਗ ਕਰ ਰਹੇ ਸੀ। ਕੋਈ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਕਰੇ ਤੇ ਆਪਣੇ ਬਿਸਤਰ ਵਿੱਚ ਵੀ ਜੋ ਮਰਜ਼ੀ ਕਰੇ। ਮੈਂ ਤਾਂ ਬਸ ਜੂਹੀ ਦੇ ਬਾਰੇ ਸੋਚ ਰਹੀ ਸੀ ਕਿ ਉਹਨੂੰ ਵੀ ਇਹੀ ਚਾਹੀਦਾ ਹੈ। ਉਹ ਤਾਂ ਆਪਣੇ ਬੱਚੇ ਦੇ ਨਾਲ ਇਸ ਹੱਦ ਤੱਕ ਜੁੜੀ ਹੋਈ ਹੈ, ਉਸ ਦੇ ਲਈ ਕਿਸੇ ਵੀ ਹਾਲ 'ਚ ਰਹਿ ਲਏਗੀ। ਉਸ ਕੋਲ ਤਾਂ ਖੁਦ ਦਾ ਪੈਸਾ ਵੀ ਨਹੀਂ ਹੈ ਤੇ ਨਾ ਹੀ ਰੁਜ਼ਗਾਰ। ਪਰ ਜਿੰਨੀ ਜਲਦੀ ਨਿਕਲੇ ਇਸ ਉਲਝਣ 'ਚੋਂ ਓਨਾ ਚੰਗਾ ਹੋਏਗਾ ਕਿ ਨਹੀਂ? ਜਿੰਨੀ ਦੇਰ ਕਰੇਗੀ ਉਨੀ ਕਮਜ਼ੋਰ ਹੁੰਦੀ ਜਾਏਗੀ। ਪਰ ਹੁਣ ਸ਼ਾਇਦ ਉਹ ਵੀ ਇਸ ਜ਼ਿੰਦਗੀ 'ਚ ਢਲਣ ਲੱਗੀ ਹੈ। ਕਈ ਵਾਰ ਜਾਣਬੁੱਝ ਕੇ ਪੂਰਾ ਦਿਨ ਫੇਸਬੁੱਕ ਤੇ ਹੀ ਰਹਿੰਦੀ ਹੈ। ਨਾ ਖਾਣਾ ਬਣਾਉਂਦੀ ਹੈ, ਨਾ ਕੁਝ ਖਾਂਦੀ ਹੈ ਤੇ ਆਪਣੀ ਫੇਸਬੁੱਕ ਪੇਜ ਤੇ ਪਰਫੈਕਟ ਫੈਮਿਲੀ ਦੀ ਫੋਟੋ ਲਗਾਉਂਦੀ ਰਹਿੰਦੀ ਹੈ। ਇਹ ਤਾਂ ਮੈਂ ਖੁਦ ਹੀ ਇੰਨੇ ਮਹੀਨਿਆਂ ਤੋਂ ਦੇਖਦੀ ਤੇ ਲਾਈਕ ਕਰਦੀ ਆ ਰਹੀ ਹਾਂ। ਜੇਕਰ ਅੱਜ ਇਹਦੇ ਘਰ ਨਹੀਂ ਆਈ ਹੁੰਦੀ ਤਾਂ ਉਹਨਾਂ ਸਭ ਪਰਫੈਕਟ ਫੈਮਿਲੀ ਵਾਲੀਆਂ ਤਸਵੀਰਾਂ ਦੇ ਪਿੱਛੇ ਦਾ ਕੌੜਾ ਸੱਚ ਭਲਾ ਕਿਵੇਂ ਜਾਣ ਪਾਉਂਦੀ। ਉਹਨੂੰ ਤਾਂ ਮੈਂ ਖੁਦ ਹਰਿੰਦਰ ਦੀਆਂ ਝਿੜਕਾਂ ਤੋਂ ਪਰੇਸ਼ਾਨ ਹੁੰਦੇ ਨਹੀਂ ਵੇਖਿਆ ਸ਼ਾਮ ਨੂੰ। ਤੇ ਹੋਰ ਤਾਂ ਹੋਰ ਹਰਿੰਦਰ ਦੀ ਜੋ ਗਰਲਫ੍ਰੈਂਡ ਲੜਨ ਆ ਗਈ ਸੀ, ਉਸ ਫ੍ਰੈਂਚ ਕੁੜੀ ਨਾਲ ਦੋਸਤੀ ਤੱਕ ਕਰ ਲਈ ਉਹਨੇ। ਇਹ ਵੀ ਖੁਦ ਉਸੇ ਨੇ ਦੱਸਿਆ ਕਿ ਅਸੀਂ ਸਾਰੇ ਇਸ ਹੱਦ ਤੱਕ ਸਮਝੌਤੇ ਕਰ ਲੈਣਾ ਸਿੱਖ ਲੈਂਦੇ ਹਾਂ। ਸ਼ਾਇਦ ਉਹ ਸੱਚਮੁੱਚ ਖੁਸ਼ ਵੀ ਹੈ। ਸਭ ਦੀ ਖੁਸ਼ੀ ਇੱਕੋ ਜਿਹੀ ਤਾਂ ਨਹੀਂ। ਕਿਸ ਦੇ ਬਿਸਤਰੇ 'ਚ ਮਖਮਲ ਹੈ, ਕਿਸ ਦੇ ਬਿਸਤਰੇ 'ਚ ਖਟਮਲ। ਇਹ ਤਾਂ ਜਿਵੇਂ ਸੌਣ ਵਾਲੇ ਨੂੰ ਹੀ ਪਤਾ ਹੋਏਗਾ ਨਾ। ਤੇ ਕਦੋਂ ਮਖਮਲ ਵਿੱਚ ਖਟਮਲ ਆ ਗਿਆ, ਇਹ ਵੀ